न दुख जा होवै सिफत खसम दी दूर अरसों कुरसों छटिया तुद डिठे सचे पातशाह बल जन्म जन्म दी खटिया तुद डिठे सचे पातशाह मल जन्म जन्म दी कटिया तोमर प्रहार है को फंदाए को करह तेज बहु दूर ताए। वाहे गुरु जी का खालसा वाहे गुरु जी की फतेह। पतत पावन जुगो जुग अटल ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਇਸ ਵੇਲੇ ਆਪਾਂ ਮਹਾਰਾਜ ਸਾਹਿਬ ਜੀਆਂ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਜੀਵਨ ਦੀ ਜੋ ਕਥਾ ਹੈ ਉਹ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹਾਂ। ਪਿਛਲੇ ਦੀਵਾਨ ਦੇ ਵਿੱਚ ਬਚਨ ਸਰਵਣ ਕੀਤਾ ਹੈ। ਗੁਰੂ ਘਰ ਦੀਆਂ ਸੇਵਾਵਾਂ ਭਾਈ ਨੰਦ ਚੰਦ ਜੋ ਕਿ ਗੁਰੂ ਘਰ ਦੇ ਇੱਕ ਮਸੰਦ ਸਨ, ਉਹਨਾਂ ਨੂੰ ਮਹਾਰਾਜ ਜੀਆਂ ਨੇ ਆਪਣਾ ਦੀਵਾਨ ਲਾਇਆ। ਸਾਰੀਆਂ ਸੇਵਾਵਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ। ਘੋੜਿਆਂ ਨੂੰ ਖੁਰਾਕ ਦੇਣੀ, ਸਿਪਾਹੀਆਂ ਨੂੰ ਫੌਜੀਆਂ ਨੂੰ ਤਨਖਾਹਾਂ ਦੇਣੀਆਂ, ਸੰਗਤਾਂ ਦੇ ਆਏ ਹੋਏ ਸੰਗਤ ਦਾ ਪ੍ਰਬੰਧ ਕਰਨਾ, ਪੈਸਿਆਂ ਦੀ ਸਾਂਭ ਸੰਭਾਲ ਕਰਨੀ ਅਤੇ ਖਰਚਾ ਕਿੱਥੇ ਕਿੱਥੇ ਹੁੰਦਾ ਹੋਣਾ ਹੈ, ਇਹ ਸਾਰਾ ਪ੍ਰਬੰਧ, ਇਹ ਸਾਰੀਆਂ ਜ਼ਿੰਮੇਵਾਰੀਆਂ ਮਹਾਰਾਜ ਜੀਆਂ ਨੇ ਭਾਈ ਨੰਦ ਚੰਦ ਨੂੰ ਬਖਸ਼ੀਆਂ। ਉਸ ਤੋਂ ਉਪਰੰਤ ਮਹਾਰਾਜ ਜੀ ਜੰਗਲ ਵਿੱਚ ਜਾਂਦੇ ਸ਼ਿਕਾਰ ਖੇਡਣ ਵਾਸਤੇ, ਨਾਲੇ ਆਪਣੇ ਸੂਰਮਿਆਂ ਦੀ ਵਿਦਿਆ ਪਰਖਦੇ। ਇਹ ਬਚਨ ਇਤਿਹਾਸ ਆਪਾਂ ਪਿੱਛੇ ਸਰਵਣ ਕੀਤਾ ਹੈ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ, ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। तोमर प्रहार है को फंदाए। ਮਹਾਰਾਜ ਜੀਆਂ ਦੇ ਸੂਰਮੇ ਸਤਿਗੁਰਾਂ ਨੂੰ ਆਪਣੀ ਵਿਦਿਆ ਵਿਖਾਉਣ ਵਾਸਤੇ ਘੋੜੇ ਦੇ ਉੱਪਰ ਚੜ੍ਹਦੇ ਨੇ, ਘੋੜੇ ਨੂੰ ਦੜਾਉਂਦੇ ਨੇ, ਹੱਥ ਵਿੱਚ ਬਰਸ਼ਾ ਫੜ ਕੇ ਇੱਧਰ ਉੱਧਰ ਬਰਸ਼ੇ ਦਾ ਵਾਰ ਕਰਕੇ ਮਹਾਰਾਜ ਨੂੰ ਦਿਖਾਉਂਦੇ ਹਨ। को करह तेज बहु दूर ताए। ਅਤੇ ਇਸੇ ਤਰ੍ਹਾਂ ਕੁਝ ਉਹ ਨੇ ਜਿਹੜੇ ਬੜੇ ਦੂਰ ਦੂਰ ਤੱਕ ਆਪਣੇ ਘੋੜੇ ਨੂੰ ਦੜਾ ਕੇ ਲੈ ਜਾਂਦੇ ਹਨ। मरदंत विपन फिर कर महान। ਸੋ ਕਹਿਣ ਲੱਗੇ ਇਸੇ ਤਰ੍ਹਾਂ ਗਾਉਂਦੇ ਨੇ ਬੰਨ ਨੂੰ। ਜੰਗਲ ਦੇ ਵਿੱਚ ਮਹਾਰਾਜ ਜੀਆਂ ਦੀ ਫੌਜ ਗੁਰੂ ਕਾ ਖਾਲਸਾ ਕਦੇ ਇੱਧਰ ਕਦੇ ਉੱਧਰ ਬੜੇ ਆਰਾਮ ਦੇ ਨਾਲ ਵਿਚਰਦੇ ਹਨ। ਛੁਟਿਅੰਤ ਬਾਜ ਪੰਛੀ ਨਹਾਨ। ਤੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਸੂਰਮੇ ਕਹਿਣ ਲੱਗੇ ਬਾਜ ਇਤਿਆਦਿਕ ਨਾਲ ਜਾਨਵਰ ਨੇ ਸ਼ਿਕਾਰ ਕਰਨ ਵਾਲੇ, ਉਹ ਉਹਨਾਂ ਜਾਨਵਰਾਂ ਦੇ ਉੱਪਰ ਛੱਡਿਆ ਜਾਂਦਾ ਜਿਨ੍ਹਾਂ ਦਾ ਸ਼ਿਕਾਰ ਕਰਨਾ ਹੈ। ਵਿਖੈ ਤਮਾਸ਼ੇ ਕਿਤਕ ਕਾਲ। ਇਸ ਤਰ੍ਹਾਂ ਕੁਝ ਖੜ ਕੇ ਤਮਾਸ਼ਾ ਵੀ ਵੇਖਦੇ ਵੀ ਬਾਜ ਕਿਵੇਂ ਸ਼ਿਕਾਰ ਕਰਦਾ, ਸ਼ਿਕਾਰੀ ਕੁੱਤਾ ਕਿਵੇਂ ਸ਼ਿਕਾਰ ਦਾ ਪਿੱਛਾ ਕਰਦਾ ਹੈ। ਇਹ ਸਾਰਾ ਕੌਤਕ ਮਹਾਰਾਜ ਦੇਖਦੇ ਹਨ। ਵਿਚਰੰਤ ਗੁਰੂ ਫਿਰ ਕਰ ਵਿਸਾਲ। ਤੇ ਸਤਿਗੁਰੂ ਪਾਤਸ਼ਾਹ ਆਪ ਵੀ ਅਨੰਦਪੁਰ ਸਾਹਿਬ ਦੇ ਨੇੜੇ ਜਿੰਨੇ ਜੰਗਲ ਨੇ ਉਹਨਾਂ ਵਿੱਚ ਵਿਚਰ ਕੇ ਮਹਾਰਾਜ ਵੇਖਦੇ ਹਨ। ਘੋਰਨ ਨਚਾਏ ਮੋਰਨ ਮਨਿੰਦ। ਮਹਾਰਾਜ ਦੇ ਸੂਰਮੇ ਜਿਹੜੇ ਘੋੜਿਆਂ ਨੂੰ ਨਚਾਉਂਦੇ ਨੇ, ਮੰਨ ਲਓ ਜਿਵੇਂ ਮੋਰ ਨੱਚਦਾ ਨੇ, ਇਸ ਤਰ੍ਹਾਂ ਘੋੜੇ ਸਿਖਾਏ ਹੋਏ ਬੜੇ ਰਿਸ਼ਟ ਪੁਸ਼ਟ ਘੋੜੇ ਜਿਹੜੇ ਨੇ ਮਹਾਰਾਜ ਜੀਆਂ ਦੇ ਸੂਰਮਿਆਂ ਦੇ ਕੋਲ ਐਸੇ ਕੌਤਕ ਕਰਦੇ ਹਨ। ਸ਼ੋਰਨ ਤੁਫੰਗ ਤੋਰਨ ਮਿਰਗੰਦ। ਅਤੇ ਕੋਈ ਘੋੜੇ ਤੇ ਚੜ੍ਹ ਕੇ ਬੰਦੂਕ ਦੇ ਵਿੱਚੋਂ ਗੋਲੀ ਚਲਾਉਂਦਾ ਤੇ ਭੱਜੇ ਜਾਂਦੇ ਹਿਰਨ ਦਾ ਸ਼ਿਕਾਰ ਕਰਦੇ ਹਨ। ਸ਼ੋਰਨ ਸਿਚਾਨ ਡੋਰਨ ਨਿਕਾਰ। ਇਸੇ ਤਰ੍ਹਾਂ ਕਹਿਣ ਲੱਗੇ ਕਿ ਬਹੁਤ ਜ਼ਿਆਦਾ ਸ਼ੋਰਨ ਮਚਾਏ ਹੋਰਨ ਡਰਾਏ। ਸ਼ੋਰਨ ਨਿਸ਼ਾਨ
ਡੋਰ ਨੇ ਨਿਕਾਰ। ਕਹਿਣ ਲੱਗੇ ਵੀ ਇਸੇ ਤਰ੍ਹਾਂ ਮਹਾਰਾਜ ਜੀਆਂ ਦੇ ਸੂਰਮੇ ਬਾਜ ਨੂੰ ਤੇ ਬਾਜ ਦੀਆਂ ਡੋਰਾਂ ਜਿਹੜੀਆਂ ਨੇ ਖੋਲ ਦਿੰਦੇ ਤੇ ਬਾਜ ਨੂੰ ਆਜ਼ਾਦ ਕਰ ਦਿੰਦੇ ਵੀ ਜਾ ਜਾ ਕੇ ਸ਼ਿਕਾਰ ਕਰਨਾ ਕਰ। ਦੌਰਨ ਪਿਛਾਰ ਪੂਰਨ ਨਿਹਾਰ। ਇਸੇ ਤਰ੍ਹਾਂ ਕਹਿਣ ਲੱਗੇ ਵੀ ਕੁਝ ਉਹ ਨੇ ਬਾਜਾਂ ਵੱਲ ਤੱਕਦੇ ਨੇ, ਪਿੱਛੇ ਪਿੱਛੇ ਸੂਰਮੇ, ਅੱਗੇ ਅੱਗੇ ਬਾਜ ਦੌੜਦਾ ਜਾ ਕੇ ਸ਼ਿਕਾਰ ਨੂੰ ਦੱਬਦਾ, ਪਿੱਛੇ ਪਿੱਛੇ ਸੂਰਮੇ ਜਾ ਕੇ ਤੇ ਉਹ ਸ਼ਿਕਾਰ ਨੂੰ ਪਕੜ ਲੈਂਦੇ ਹਨ। ਸ਼ੋਰਨ ਮਚਾਏ ਹੋਰਨ ਡਰਾਏ। ਇਸੇ ਤਰ੍ਹਾਂ ਸ਼ੋਰਨ ਮਚਾ ਕੇ ਸ਼ੋਰ ਮਚਦਾ ਪਿਆ, ਬੜੀ ਕੁਲਾਹਲ ਪੈਂਦੀ ਪਈ ਹੈ, ਬੜਾ ਰੌਲਾ ਉਸ ਵੇਲੇ ਜੰਗਲ ਵਿੱਚ ਬਣਿਆ ਹੋਇਆ ਹੋਰਨ ਹੈ। ਚਲਾਏ ਫੁਰਨ ਮਿਰਗਾਏ। ਇਸੇ ਤਰ੍ਹਾਂ ਗੁਰਮੁਖੋ ਕੋਈ ਗੋਲੀ ਚਲਾਉਂਦਾ, ਕੋਈ ਹਿਰਨ ਦੇ ਪਿੱਛੇ ਦੌੜਿਆ ਜਾਂਦਾ ਹੈ। ਇਹ ਬੜੀ ਭਗਦੜ ਦੀ ਮਚੀ ਹੋਈ ਹੈ। ਮਹਾਰਾਜ ਦੇ ਸੂਰਮੇ ਜਿਹੜੇ ਜੰਗਲ ਵਿੱਚ ਇਸ ਤਰ੍ਹਾਂ ਵਿਚਰਦੇ ਪਏ ਹਨ। ਵਿਚਰੰਤ ਬਿਪਨ ਨਿਕਸੰਤ ਸ਼ੇਰ। ਜਦੋਂ ਮਹਾਰਾਜ ਸਾਹਿਬ ਜੀਆਂ ਦੇ ਸੂਰਮੇ ਜੰਗਲ ਦੇ ਵਿੱਚ ਵਿਚਰਦੇ ਨੇ ਤੇ ਜਿਹੜੇ ਸ਼ੇਰ ਤੇ ਆਦਿਕ ਜਾਨਵਰ ਜੰਗਲ ਦੇ ਵਿੱਚ ਰਹਿਣ ਵਾਲੇ ਹਨ, ਅਤ ਦੀਨ ਕਿਤਕ ਨ ਲਗਤ ਦੇਰ। ਅਤੇ ਕੁਝ ਸ਼ੇਰ ਵੀ ਗੁਰੂ ਕੇ ਖਾਲਸੇ ਨੇ ਕਹਿਣ ਲੱਗੇ ਮਾਰ ਕੇ ਢੇਰੀ ਕਰ ਦਿੱਤੇ, ਬਹੁਤੀ ਢੇਰ ਨਹੀਂ ਲੱਗੀ ਇਹ ਕੌਤਕ ਕਰਨ ਵੇਲੇ। ਸ਼ੂਕਰ ਪ੍ਰਹਾਰ ਅਰ ਅਨਕਰੀਸ਼। ਕਹਿਣ ਲੱਗੇ ਵੀ ਇਸੇ ਤਰ੍ਹਾਂ ਸ਼ੂਕਰ ਨਾਮ ਜਿਹੜੇ ਜੰਗਲੀ ਸੂਰ ਨੇ ਨਾ, ਉਹ ਵੀ ਦੁਖੀ ਦਿੰਦੇ ਪਿੰਡਾਂ ਵਿੱਚ ਆ ਕੇ, ਤੇ ਉਹਨਾਂ ਜੰਗਲੀ ਸੂਰਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਅਤੇ ਉਹਦੇ ਨਾਲ ਨਾਲ ਫਿਰ ਕਹਿਣ ਲੱਗੇ ਵੀ ਹੋਰ ਵੀ ਰਿੱਛ ਤੇ ਆਦਿਕ ਜਿਹੜੇ ਜੰਗਲੀ ਜਾਨਵਰ, ਉਹਨਾਂ ਦਾ ਸ਼ਿਕਾਰ ਹੁੰਦਾ ਹੈ। ਚੰਖਾਰ ਹੋਜ ਸ਼ਸਤਰ ਨਤੀਸ਼। ਕਹਿਣ ਲੱਗੇ ਵੀ ਇਸ ਤਰ੍ਹਾਂ ਚੰਖਾਰ, ਰੋਜ਼, ਇਹ ਜਾਨਵਰਾਂ ਦੇ ਨਾਮ ਨੇ ਜਿਨ੍ਹਾਂ ਦਾ ਸੋ ਕਹਿਣ ਲੱਗੇ ਸ਼ਿਕਾਰ ਹੋ ਰਿਹਾ। 12 ਸਿੰਘਾ ਨੀਲ ਗਾਏ ਜਿਸ ਨੂੰ ਆਖਿਆ ਜਾਂਦਾ ਹੈ, ਨੀਲ ਗਾਏ ਦਾ ਸ਼ਿਕਾਰ ਕੀਤਾ ਜਾਂਦਾ, 12 ਸਿੰਘੇ ਦਾ ਸ਼ਿਕਾਰ ਕੀਤਾ ਜਾਂਦਾ ਹੈ। ਹਰਖੰਤ ਸੈਦ ਸੈਨਾ ਕਿਰਪਾਲ। ਸਤਿਗੁਰੂ ਪਾਤਸ਼ਾਹ ਜੀ ਆਪਣੀ ਫੌਜ ਦੇ ਨਾਲ ਬੜੇ ਪ੍ਰਸੰਨ ਹਨ। ਇਮ ਕਰ ਅਖੇਰ ਹੱਥ ਮਿਰਗ ਨੂੰ ਇਸ ਜਾਲ। ਤਰ੍ਹਾਂ ਮਹਾਰਾਜ ਜੀ ਗੁਰਮੁਖੋ ਜੰਗਲ ਵਿੱਚ ਜਾਂਦੇ ਸ਼ਿਕਾਰ ਇਤਿਆਦਿ ਖੇਡਦੇ ਹਨ। ਤੌਂਸਾ ਬਜੰਤ ਨਿਜਪੁਰ ਆਨੰਦ। ਤੇ ਫਿਰ ਧੌਂਸੇ ਵਜਾ ਕੇ, ਨਗਾਰੇ ਵਜਾ ਕੇ ਆਪਣੇ ਪੂਰੀ ਅਨੰਦਪੁਰ ਸਾਹਿਬ ਨੂੰ ਵਾਪਸ ਆਉਂਦੇ ਹਨ। ਆਗਮਨ ਕਰਤ ਪਿਖ ਨਰ ਆਨੰਦ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਆਗਮਨ ਵੇਖ ਕੇ ਜਿਹੜੇ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਵੀ ਮਹਾਰਾਜ ਵਾਪਸ ਆਏ ਬੜੇ ਖੁਸ਼ ਹੁੰਦੇ ਹਨ। ਮੰਗਲ ਰਚੰਤ ਬਹੁ ਬਿਦ ਪ੍ਰਕਾਰ। ਇਸ ਤਰ੍ਹਾਂ ਗੁਰੂ ਘਰ ਦੇ ਅੰਦਰ ਜਾਂ ਅਨੰਦਪੁਰ ਸਾਹਿਬ ਦੇ ਵਿੱਚ ਗੁਰਮੁਖੋ ਬੜੇ ਮੰਗਲ, ਬੜੀਆਂ ਖੁਸ਼ੀਆਂ ਹੋ ਰਹੀਆਂ ਨੇ। ਅੰਜੁਲ ਸੋ ਫੂਲ ਭਰ ਭਰਤ ਡਾਰ। ਜਦੋਂ ਸਤਿਗੁਰੂ ਜੀ ਅਨੰਦਪੁਰ ਸਾਹਿਬ ਵਾਪਸ ਆਉਂਦੇ ਨੇ, ਸੰਗਤਾਂ ਫੁੱਲਾਂ ਦੀਆਂ ਭਰ ਭਰ ਕੇ ਬੁੱਕ ਜਿਹੜੇ ਨੇ ਮਹਾਰਾਜ ਜੀਆਂ ਦੇ ਉੱਪਰ ਫੁੱਲਾਂ ਦੀ ਵਰਖਾ ਕਰਦੇ ਹਨ। ਧੂਪਨ ਤੁਖਾਏ ਬੰਦਨ ਕਰੰਤ। ਅਤੇ ਕੋਈ ਆਪਣੇ ਘਰ ਦੇ ਵਿੱਚ ਬੜੀ ਬੜੀ ਸੁਗੰਧੀ ਵਾਲੀਆਂ ਧੂਫਾਂ ਇਤਿਆਦਿਕ ਜਿਹੜੀਆਂ ਨੇ ਧੁਖਾਈਆਂ ਜਾਂਦੀਆਂ, ਕੋਈ ਬੰਦਨਾ ਕਰਦਾ, ਨਮਸਕਾਰ ਕਰਦਾ ਹੈ। ਬਲਿਹਾਰ ਹੋਤ ਹਰਖੰਤ ਸੰਤ। ਅਤੇ ਇਸੇ ਤਰ੍ਹਾਂ ਸੰਤ ਜਿਹੜੇ ਨੇ ਉਹ ਮਹਾਰਾਜ ਜੀਆਂ ਦਾ ਦਿਦਾਰਾ ਕਰਕੇ, ਦਰਸ਼ਨ ਕਰਕੇ ਸੰਤ ਵੀ ਪਾਤਸ਼ਾਹ ਜੀਆਂ ਤੋਂ ਬਲਿਹਾਰ ਜਾਂਦੇ ਹਨ। ਕਬ ਚੜ ਤੁਰੰਗ ਕਬਹੂ ਮਤੰਗ। ਤੇ ਸਤਿਗੁਰੂ ਪਾਤਸ਼ਾਹ ਜੀ ਗੁਰਮੁਖੋ ਕਦੇ ਘੋੜੇ ਤੇ ਚੜ੍ਹਦੇ, ਕਦੇ ਹਾਥੀ ਜਿਹੜਾ ਲਿਆਂਦਾ ਨਾ ਪ੍ਰਸਾਦੀ ਹਾਥੀ, ਕਦੇ ਕਦੇ ਮਹਾਰਾਜ ਇਹਦੀ ਸਵਾਰੀ ਵੀ ਕਰਦੇ ਹਨ। ਕਬ ਤਜ ਖਤੰਗ ਕਬਹੂ ਤੁਫੰਗ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਵੀ ਕਦੇ ਘੋੜੇ ਤੇ ਚੜ੍ਹ ਕੇ, ਹਾਥੀ ਤੇ ਚੜ੍ਹ ਕੇ, ਬੰਦੂਕ ਦੇ ਨਾਲ ਵੀ ਕਦੇ ਗੋਲੀ ਚਲਾਉਂਦੇ, ਕਦੇ ਕਮਾਨ ਵਿੱਚੋਂ ਤੀਰ ਵੀ ਚਲਾਉਂਦੇ। ਆਪ ਵੀ ਪਾਤਸ਼ਾਹ ਐਸੇ ਕੌਤਕ ਜਿਹੜੇ ਨੇ ਜੰਗ ਯੁੱਧ ਦੇ ਕਰਦੇ ਹਨ। ਕਬ ਫਿਰਤ ਸੈਲ ਮੈਂ ਕਰਤ ਸੈਲ। ਤੇ ਕਦੇ ਪਾਤਸ਼ਾਹ ਜੀ ਸੈਲ ਨਾਮ ਗੁਰਮੁਖੋ ਪਹਾੜਾਂ ਦਾ, ਪਹਾੜਾਂ ਵਿੱਚ ਜਾ ਕੇ ਮਹਾਰਾਜ ਸੈਲ ਵੀ ਕਰਦੇ। ਇਹ ਨਿਤ ਦੀ ਕਿਰਿਆ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੀ ਕਰਦੇ ਨੇ, ਇਸ ਤਰ੍ਹਾਂ ਸ਼ਿਕਾਰ ਖੇਡਣ ਜਾਂਦੇ, ਕਦੇ ਜੰਗਲ ਵਿੱਚ, ਕਦੇ ਪਹਾੜਾਂ ਨੂੰ ਚਲੇ ਜਾਂਦੇ, ਮਰਜ਼ੀ ਦੇ ਨਾਲ ਵਿਚਰਦੇ। ਕਿਉਂਕਿ ਮਾਤਾ ਜੀਆਂ ਦੇ ਨਾਲ ਬਚਨ ਕੀਤਾ ਨਾ ਸਤਿਗੁਰਾਂ ਨੇ ਵੀ ਅਸੀਂ ਲੁਕ ਕੇ ਨਹੀਂ ਘਰ ਵਿੱਚ ਬੈਠ ਸਕਦੇ, ਛੁਪ ਕੇ ਨਹੀਂ ਬੈਠਾਂਗੇ, ਅਸੀਂ ਤੇ ਆਪਣੀ ਮਰਜ਼ੀ ਨਾਲ ਵਿਚਰਾਂਗੇ ਔਰ ਪਹਿਲ ਅਸੀਂ ਕਿਸੇ ਤੇ ਨਹੀਂ ਕਰਾਂਗੇ, ਪਰ ਜੇ ਕੋਈ ਸਾਡੇ ਤੇ ਪਹਿਲ ਕਰੇਗਾ ਤੇ ਅਸੀਂ ਪਿੱਛੇ ਵੀ ਨਹੀਂ ਹਟਾਂਗੇ। ਇਸ ਤਰ੍ਹਾਂ ਨਿਰਭੈ ਹੋ ਕੇ ਮਹਾਰਾਜ ਜੀ ਆਪਣੀ ਮਰਜ਼ੀ ਦੇ ਨਾਲ ਵਿਚਰਦੇ ਹਨ। ਕਬ ਵਿਪਨ ਵਿਖੈ ਵਿਚਰੈ ਸੋ ਗੈਲ। ਤੇ ਸਤਿਗੁਰੂ ਪਾਤਸ਼ਾਹ ਜੀ ਕਦੇ ਜੰਗਲਾਂ ਦੇ ਵਿੱਚ ਜਿਹੜੇ ਰਸਤੇ ਬਣੇ ਹੁੰਦੇ ਨਾ ਪੱਗ ਡੰਡੀਆਂ, ਉਹਨਾਂ ਦੇ ਉੱਪਰ ਵੀ ਮਹਾਰਾਜ ਕਦੇ ਘੋੜੇ ਤੇ ਚੜ੍ਹ ਕੇ ਜੰਗਲ ਦੇ ਵਿੱਚ ਇੱਧਰ ਉੱਧਰ ਜਿਹੜੇ ਰਸਤੇ ਬਣੇ ਨੇ ਜਾਣ ਵਾਸਤੇ, ਉਹਨਾਂ ਦੇ ਉੱਪਰ ਵੀ ਪਾਤਸ਼ਾਹ ਵਿਚਰਦੇ ਹਨ, ਜਾਂਦੇ ਹਨ। ਕਵਿਤ ਖੰਜਰ ਤੁਫੰਗ ਜਮਤਰ ਜੰਗ ਜਾਲ ਸੋ ਮੀ। ਇਹ ਗੁਰਮੁਖੋ ਸ਼ਸਤਰਾਂ ਦੇ ਨਾਮ ਨੇ। ਖੰਜਰ ਇੱਕ ਛੋਟਾ ਸ਼ਸਤਰ ਹੈ ਜਿਹੜਾ ਕਮਰ ਕੱਸੇ ਲਾਇਆ ਜਾਂਦਾ ਹੈ ਦੁਸ਼ਮਣ ਦੇ ਉੱਪਰ ਵਾਰ ਕਰਨ ਵਾਸਤੇ। ਦੁਸ਼ਮਣ ਗਲ ਪੈ ਜਾਵੇ ਆ ਕੇ, ਉਸ ਵੇਲੇ ਸ਼ਸਤਰ ਦੀ ਵਰਤੋਂ ਕੀਤੀ ਜਾਂਦੀ ਹੈ। ਖੰਜਰ, ਤੁਫੰਗ ਨਾਮ ਬੰਦੂਕ ਦਾ, ਜਮਧਰ ਨਾਮ ਵਰਸ਼ੀ ਦਾ, ਇਹ ਸ਼ਸਤਰਾਂ ਦੇ ਨਾਮ ਨੇ।
ਤੇ ਕਹਿਣ ਲੱਗੇ ਇਸੇ ਤਰ੍ਹਾਂ ਮਹਾਰਾਜ ਇਹਨਾਂ ਸ਼ਸਤਰਾਂ ਨੂੰ ਆਪਣੇ ਕੋਲ ਰੱਖਦੇ ਨੇ। ਇਹ ਬੜੇ ਜਿਹੜੇ ਨੇ ਦੁਖਦਾਈ ਸ਼ਸਤਰ ਨੇ, ਦੁਸ਼ਮਣ ਨੂੰ ਦੁੱਖ ਦੇਣ ਵਾਲੇ ਐਸੇ ਵੱਡੇ ਸ਼ਸਤਰ ਮਹਾਰਾਜ ਜੀਆਂ ਦੇ ਕੋਲ ਹਨ। ਜਵਾਲਾ ਜਾਲ ਜਾਗਤੀ ਜੰਬੂਰਨ ਜੰਜੈਲ ਕੀ। ਕਹਿਣ ਲੱਗੇ ਵੀ ਇਸੇ ਤਰ੍ਹਾਂ ਮਹਾਰਾਜ ਕੋਲ ਜਮੂਰਾਂ ਤੇ ਜੰਜੈਲਾਂ ਤੇ ਦਾਗਣ ਵਾਲੀਆਂ, ਅੱਗ ਸੁੱਟਣ ਵਾਲੀਆਂ ਬੰਦੂਕਾਂ ਵੀ ਨੇ, ਜਿਨ੍ਹਾਂ ਵਿੱਚ ਬੜਾ ਬੜਾ ਮਸਾਲਾ ਠੁਕਿਆ ਜਾਂਦਾ ਹੈ ਅਤੇ ਫਿਰ ਉਹਨਾਂ ਦੇ ਮੂੰਹ ਦੇ ਵਿੱਚੋਂ ਅੱਗ ਜਿਹੜੀ ਹੈ, ਬੰਦੂਕਾਂ ਦੇ ਮੂੰਹ ਦੇ ਵਿੱਚੋਂ ਅੱਗ ਗਲੱਛੀ ਜਾਂਦੀ ਹੈ। ਚੱਕਰ ਬੱਕਰ ਚੰਦਰਹਾਸ ਚਾਰੋ ਦਿਸ ਚਮਕਤ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕਹਿਣ ਲੱਗੇ ਚੱਕਰ ਬੱਕਰ ਚੰਦਰਹਾਸ। ਮਹਾਰਾਜ 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਦੇ ਕੋਲ ਕਹਿਣ ਲੱਗੇ ਚਾਰੇ ਪਾਸੇ ਤੋਂ ਤਲਵਾਰ ਜਿਹੜੀ ਹੈ ਨਾ ਮਹਾਰਾਜ ਜੀ ਆਪਣੇ ਹੱਥਾਂ ਵਿੱਚ ਲੈ ਕੇ ਆਪਣੇ ਚਾਰ ਛਪੇਰੇ ਘੁਮਾ ਕੇ ਗੱਤਕਾਬਾਜੀ ਪਟੇਬਾਜੀ ਦਾ ਮਹਾਰਾਜ ਜੌਹਰ ਕੌਤਕ ਦਿਖਾਉਂਦੇ ਹਨ। ਸ੍ਰੀ ਗੋਬਿੰਦ ਸਿੰਘ ਕੀ ਚੜ੍ਹਾਈ ਖੇਲ ਇਸ ਪਹਿਲ ਤਰ੍ਹਾਂ ਕੀ। ਮਹਾਰਾਜ ਸਾਹਿਬ ਜੀਆਂ ਦੀ ਗੁਰਮੁਖੋਂ ਬੜੀ ਚੜ੍ਹਾਈ ਹੈ ਤੇ ਮਹਾਰਾਜ ਐਸੇ ਕੌਤਕ ਜਿਹੜੇ ਨੇ ਉਹ ਕਰਦੇ ਪਏ ਹਨ। ਧਰਾ ਪਰ ਪੌਰ ਅਰ ਅੰਬ ਕੀ ਔਰ ਗਤ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਧਰਤੀ ਦੇ ਉੱਪਰ ਅਤੇ ਆਕਾਸ਼ ਦੇ ਵਿੱਚ ਜਿੰਨੇ ਵੀ ਇਹ ਵਸਤੂਆਂ ਹਨ, ਅੰਧਕਾਰ ਧੁੰਦ ਜਿਮ ਸ਼ਾਹੀ ਧੂਰ ਗੈਲ ਕੀ। ਸਤਿਗੁਰੂ ਪਾਤਸ਼ਾਹ ਜੀ ਦੇ ਸੂਰਮਿਆਂ ਦੇ ਘੋੜਿਆਂ ਦੀਆਂ ਟਾਪਾਂ ਦੇ ਨਾਲ ਕਹਿੰਦੇ ਮਿੱਟੀ ਉੱਡਦੀ ਹੈ, ਧਰਤੀ ਦੇ ਆਕਾਸ਼ ਉਸ ਵੇਲੇ ਢੱਕਿਆ ਜਾਂਦਾ ਹੈ। ਧੌਂਸੇ ਧੁੰਕ ਫੈਲਤੇ ਪਹੀਲ ਹੀ ਸੰਤੋਖ ਸਿੰਘ। ਭਾਈ ਸੰਤੋਖ ਸਿੰਘ ਕਹਿੰਦੇ ਮਹਾਰਾਜ ਜੀਆਂ ਦਾ ਧੌਂਸਾ ਨਗਾਰਾ ਕਹਿੰਦੇ ਇਸ ਤਰ੍ਹਾਂ ਬਹੁਤ ਡਾਢਾ ਵੱਜਦਾ ਹੈ। ਐਲ ਕਰੇ ਸੈਲਪਤ ਸੁਨੈ ਧੁਨ ਸੈਲ ਕੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਾਲਕ ਨੇ ਸ੍ਰਿਸ਼ਟੀ ਦੇ ਤੇ ਇਸ ਤਰ੍ਹਾਂ ਕਹਿੰਦੇ ਵੀ ਜੰਗਲ ਦੇ ਵਿੱਚ ਵਿਚਰਦੇ ਆਪਣੀ ਮੌਜ ਕਰਦੇ ਹਨ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਦਿਵਸ ਕੀਤੇ ਇੱਕ ਸੁਜਾਨ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਕੁਝ ਕੁ ਦਿਨ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਸ਼ਿਕਾਰ ਕਰਦਿਆਂ ਕੁਝ ਮਹੀਨੇ ਜਿਹੜੇ ਇਸ ਤਰ੍ਹਾਂ ਬਤੀਤ ਹੋ ਗਏ ਹਨ। ਵਿਸਤਾਰੀ ਕੀਰਤ ਜਗਤ ਵਿਸਤਾਰੀ ਵਿਸ਼ਿਆਨ। ਸਤਿਗੁਰੂ ਪਾਤਸ਼ਾਹ ਜੀਆਂ ਨੇ ਇਸ ਤਰ੍ਹਾਂ ਕਹਿਣ ਲੱਗੇ ਕੀਰਤੀ ਜਿਹੜੀ ਵਡਿਆਈ ਹੈ ਨਾ ਸਾਰੇ ਅਨੰਦਪੁਰ ਸਾਹਿਬ ਦੇ ਵਿੱਚ ਕੀ ਸਾਰਿਆਂ ਥਾਵਾਂ ਦੇ ਉੱਪਰ ਮਹਾਰਾਜ ਜੀਆਂ ਦੀ ਵਡਿਆਈ ਫੈਲੀ ਹੈ। ਔਰ ਜਿਹੜੇ ਵਿਸ਼ਿਆਂ ਦੀ ਮੈਲ ਹੈ ਮਹਾਰਾਜ ਉਸ ਨੂੰ ਲਾਹ ਕੇ ਆਪਣੇ ਸੇਵਕਾਂ ਦੀ ਵਿਸ਼ਿਆਂ ਦੀ ਵਿਕਾਰਾਂ ਦੀ ਮੈਲ ਨੂੰ ਮਹਾਰਾਜ ਉਤਾਰਨ ਵਾਲੇ ਹਨ। ਨਿਸ਼ਾਨੀ ਛੰਦ ਭਈ ਬਿਦਤ ਗਿਰਪਤਨ ਮੈਂ ਕੀਰਤ ਉਜਿਆਰੀ। ਸਤਿਗੁਰੂ 10ਵੇਂ ਪਾਤਸ਼ਾਹ ਦੀ ਵਡਿਆਈ ਨਾ ਇੱਕ ਪਹਾੜੀ ਰਾਜੇ ਦੀ ਰਿਆਸਤ ਵਿੱਚ ਨਹੀਂ, ਜਿੰਨੀਆਂ ਪਹਾੜੀ ਰਿਆਸਤਾਂ ਨੇ ਸਾਰਿਆਂ ਵਿੱਚ ਮਹਾਰਾਜ ਜੀਆਂ ਦੀ ਜੈ ਜੈਕਾਰ ਹੋ ਉੱਠੀ। 22 ਰਿਆਸਤਾਂ ਪਹਾੜਾਂ ਦੀਆਂ ਤੇ ਕਹਿਣ ਲੱਗੇ 22ਾਂ ਦੇ ਵਿੱਚ ਮਹਾਰਾਜ ਦਾ ਨਾਮ ਗੂੰਜ ਗਿਆ, ਨਾਮ ਦੀ ਧੁੰਮ ਪੈ ਗਈ। ਐਸੀ ਮਹਾਰਾਜ ਦੀ ਵਡਿਆਈ ਉਸ ਵੇਲੇ ਹੋਈ ਹੈ। ਕਲਗੀ ਧਰ ਵੱਡ ਸੂਰਮਾ ਕਰ ਮੈਂ ਧਨ ਲੋਕ ਭਾਰੀ। ਗੱਲਾਂ ਕਰਦੇ ਵੀ 10ਵੇਂ ਪਾਤਸ਼ਾਹ ਮਹਾਰਾਜ ਬੜੇ ਵੱਡੇ ਸੂਰਮੇ ਨੇ, ਜਦੋਂ ਹੱਥ ਵਿੱਚ ਮਹਾਰਾਜ ਤੀਰ ਕਮਾਨ ਫੜ ਲੈਂਦੇ ਤੇ ਉਹਨਾਂ ਦੇ ਤੀਰਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ, ਵੀ ਇੰਨੇ ਵੱਡੇ ਸੂਰਮੇ। ਇਸ ਗੱਲ ਦੀ ਜਿਹੜੀ ਧੁੰਮ ਹੈ ਨਾ ਇਹ ਪਹਾੜਾਂ ਵਿੱਚ ਦੂਰ ਦੂਰ ਤੱਕ ਜਿੱਥੋਂ ਤੱਕ ਪਹਾੜੀਆਂ ਦਾ ਰਾਜ ਹੈ ਇਹ ਗੱਲਾਂ ਫੈਲ ਗਈਆਂ ਸੂਰਮਿਆਂ ਦੇ ਵਿੱਚ, ਫੌਜਾਂ ਦੇ ਵਿੱਚ, ਥਾਵਾਂ ਥਾਵਾਂ 'ਤੇ ਵੀ 10ਵੇਂ ਪਾਤਸ਼ਾਹ ਕਿਤੇ ਧਨੁੱਖ ਨੂੰ ਹੱਥ ਨਾ ਪਾ ਲੈਣ, ਪਰ ਜੇ ਪਾ ਲੈਣ ਤੇ ਉਹਨਾਂ ਦੇ ਤੀਰਾਂ ਦੇ ਸਾਹਮਣੇ ਖੜ ਕੋਈ ਨਹੀਂ ਸਕਦਾ। ਐਸੀ ਵਡਿਆਈ ਮਹਾਰਾਜ ਜੀਆਂ ਦੀ ਹੋਈ ਹੈ। ਜਿਸਕੇ ਅਬ ਕੋ ਸਮੇਂ ਮੈਂ ਨਰ ਖਿਚੇ ਨਾ ਕੋਈ। ਲੋਕ ਇਹ ਗੱਲਾਂ ਕਰਦੇ ਵੀ ਮਹਾਰਾਜ ਜੀਆਂ ਦੇ ਇਸ ਵੇਲੇ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਆਪ ਖੁਦ ਧਰਤੀ ਤੇ ਨੇ, ਇਸ ਵੇਲੇ ਦੁਨੀਆ ਵਿੱਚ ਕੋਈ ਇਹੋ ਜਿਹਾ ਸੂਰਮਾ ਕਿਸੇ ਵੀ ਫੌਜ ਦੇ ਵਿੱਚ ਭਰਤੀ ਨਹੀਂ ਜਿਹੜਾ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਦਾ ਧਨੁੱਖ ਖਿੱਚ ਕੇ ਵਿਖਾ ਸਕੇ। ਜਿਸ ਧਨੁੱਖ ਦੇ ਵਿੱਚੋਂ ਮਹਾਰਾਜ ਤੀਰ ਚਲਾਉਂਦੇ ਨੇ ਇਸ ਵੇਲੇ ਪੂਰੀ ਦੁਨੀਆ ਵਿੱਚ ਕੋਈ ਇਹੋ ਜਿਹਾ ਬਹਾਦਰ ਨਹੀਂ ਜਿਹੜਾ ਉਸ ਧਨੁੱਖ ਨੂੰ ਚੁੱਕੇ ਤੇ ਤੀਰ ਚਲਾਉਣ ਦੀ ਸਮਰੱਥਾ ਰੱਖੇ। ਐਡੇ ਵੱਡੇ ਮਹਾਰਾਜ, ਵੱਡੇ ਭਾਰੀ ਸੂਰਮੇ। ਵਿਦਵਾਨਾਂ ਨੇ ਲਿਖਿਆ 10ਵੇਂ ਪਾਤਸ਼ਾਹ ਮਹਾਰਾਜ ਜੀ 9 ਟੰਕਾ ਜਿਹੜਾ ਧਨੁੱਖ ਹੈ ਨਾ ਉਹ ਆਪਣੇ ਹੱਥ ਵਿੱਚ ਰੱਖਦੇ ਸਨ। ਇੱਕ ਟੰਕ ਦੇ ਵਿੱਚ 25 ਕਿਲੋ ਭਾਰ ਜਿਹੜਾ ਹੈ ਉਹ ਮੰਨਿਆ ਜਾਂਦਾ ਵਿਦਵਾਨਾਂ ਦੇ ਵੱਲੋਂ। ਸੋ 9 ਟੰਕਾਂ ਦਾ ਇਹ 2.25 ਕੁਆਂਟਲ ਵਜ਼ਨ ਬਣ ਜਾਂਦਾ ਹੈ। ਜਿਹੜਾ ਵਿਅਕਤੀ ਆਪਣੀ ਇੱਕ ਬਾਂਹ ਦੇ ਨਾਲ 2.25 ਕੁਆਂਟਲ ਭਾਰ ਚੁੱਕ ਲੈਂਦਾ ਹੋਵੇ ਉਹ ਵਿਅਕਤੀ ਇਸ ਧਨੁੱਖ ਦੇ ਵਿੱਚੋਂ ਤੀਰ ਚਲਾ ਸਕਦਾ। ਇੰਨੀ ਉਹ ਕਮਾਨ ਮਹਾਰਾਜ ਜੀਆਂ ਦੀ ਡਾਢੀ ਸਖਤ ਹੈ। ਉਹਦਾ ਚਿੱਲਾ ਚਾੜਨਾ, ਉਹਦੇ ਵਿੱਚ ਰੱਖ ਕੇ ਤੀਰ ਚਲਾਉਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਜਿਸ ਬੰਦੇ ਦੀ ਬਾਂਹ ਇੱਕ ਦੇ ਵਿੱਚ ਇੰਨਾ ਬਲ ਹੋਵੇ ਵੀ 2.25 ਕੁਆਂਟਲ ਭਾਰ ਇੱਕ ਬਾਂਹ ਨਾਲ ਚੁੱਕਣ ਦੀ ਜਿਹੜਾ ਸਮਰੱਥਾ ਰੱਖਦਾ ਉਹ ਇਸ ਕਮਾਨ ਵਿੱਚੋਂ ਤੀਰ ਚਲਾ ਸਕਦਾ। ਪਰ ਐਸਾ ਕੋਈ ਨਹੀਂ ਹੈ ਦੁਨੀਆ ਦੇ ਵਿੱਚ ਜਿਹੜਾ ਇੰਨਾ ਬਲ ਰੱਖਦਾ ਹੋਵੇ, ਇੰਨੀ ਤਾਕਤ ਰੱਖਦਾ ਹੋਵੇ ਵੀ ਉਹਦੇ ਵਿੱਚ ਤੀਰ ਜੜ ਕੇ ਤੇ ਚਲਾ ਦੇਵੇ। ਮਹਾਰਾਜ ਜੀਆਂ ਦੇ ਤੀਰ ਐਵੇਂ ਨਹੀਂ 4-4 ਮੀਲ ਤੱਕ ਜਾਂਦੇ ਸਨ, ਉਹ ਜਾਂਦੇ ਤਾਂ ਸਨ। ਇੰਨੀ ਸਮਰੱਥਾ ਸੀ ਮਹਾਰਾਜ ਜੀਆਂ ਦੇ ਵਿੱਚ, ਇੰਨਾ ਬਲ ਹੈ।
ਸਾਡੇ ਸਾਹਮਣੇ ਇਤਿਹਾਸ ਦੀ ਜਿਹੜੀ ਉਦਾਹਰਣ ਹੈ ਨਾ ਗੁਰਮੁਖੋ, ਉਹ ਆਪਾਂ ਵੇਖ ਸਕਦੇ ਹਾਂ ਭੰਗਾਣੀ ਸਾਹਿਬ ਦਾ ਜਿੱਥੇ ਜੰਗ ਹੋਇਆ, ਜੰਗ ਵਾਲਾ ਸਥਾਨ ਅਤੇ ਜਿੱਥੇ ਮਹਾਰਾਜ ਤੀਰ ਚਲਾਉਂਦੇ ਸਨ, ਦੋਨੇ ਸਥਾਨ ਬਣੇ ਹੋਏ ਨੇ ਗੁਰੂ ਘਰ। ਅੱਜ ਵੀ ਆਪ ਸੰਗਤਾਂ ਪਾਉਂਟਾ ਸਾਹਿਬ ਜਾ ਕੇ ਦਰਸ਼ਨ ਕਰਦੇ ਹੋ, ਕਿੱਥੇ ਮਹਾਰਾਜ ਖੜੇ ਸਨ ਅਤੇ ਜੰਗ ਕਿੱਥੇ ਹੁੰਦਾ, ਕਿੱਥੋਂ ਤੱਕ ਤੀਰ ਚੱਲਦੇ। ਇੰਨੀ ਸਮਰੱਥਾ ਔਰ ਇੰਨਾ ਬਲ ਦਸਵੇਂ ਪਾਤਸ਼ਾਹ ਦੇ ਵਿੱਚ। ਆਪ ਸੰਗਤਾਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਦਰਸ਼ਨ ਕਰਨ ਵਾਸਤੇ ਜਾਂਦੇ ਹੋ। ਨਗੀਨਾ ਘਾਟ ਗੁਰਦੁਆਰਾ ਸਾਹਿਬ ਕਿੱਥੇ ਹੈ ਅਤੇ ਸੱਚਖੰਡ ਹਜ਼ੂਰ ਸਾਹਿਬ ਉਹ ਕਿੱਥੇ ਹੈ, ਕਿੰਨਾ ਫਾਸਲਾ ਆਪਸ ਵਿੱਚ। ਅਤੇ ਮਹਾਰਾਜ ਜੀਆਂ ਨੇ ਜਦੋਂ ਇਹ ਸੱਚਖੰਡ ਸਥਾਨ ਨੂੰ ਪ੍ਰਗਟ ਕੀਤਾ ਸੀ, ਅਤੇ ਇਤਿਹਾਸ ਵਿੱਚ ਬਚਨ ਆਉਂਦਾ ਵੀ ਉਸ ਵੇਲੇ ਮਹਾਰਾਜ ਨਗੀਨਾ ਘਾਟ ਦੀ ਧਰਤੀ 'ਤੇ ਬੈਠੇ ਸਨ, ਅਤੇ ਪਾਤਸ਼ਾਹ ਨੇ ਆਖਿਆ ਵੀ ਸਾਡਾ ਇਹ ਸਤਿਯੁਗੀ ਸਥਾਨ ਹੈ, ਤਪ ਸਥਾਨ, ਇਸੇ ਜਗ੍ਹਾ ਦੇ ਉੱਪਰ। ਸੰਗਤਾਂ ਸਿੱਖਾਂ ਨੇ ਪੁੱਛਿਆ ਮਹਾਰਾਜ ਉਹ ਕਿਹੜੀ ਭਾਗਾਂ ਵਾਲੀ ਧਰਤੀ ਹੈ, ਅਤੇ ਮਹਾਰਾਜ ਜੀਆਂ ਨੇ ਤੀਰ ਚੁੱਕਿਆ ਅਤੇ ਜੜਿਆ ਕਮਾਨ ਦੇ ਵਿੱਚ, ਅਤੇ ਮਹਾਰਾਜ ਨੇ ਖਿੱਚ ਕੇ ਤੀਰ ਚਲਾਇਆ। ਕਹਿਣ ਲੱਗੇ ਜਿੱਥੇ ਜਾ ਕੇ ਤੀਰ ਲੱਗੇਗਾ ਉਹ ਸਾਡਾ ਸਥਾਨ ਹੈ। ਅਤੇ ਨਗੀਨਾ ਘਾਟ ਤੋਂ ਚਲਾ ਕੇ ਤੀਰ, ਅਤੇ ਜਿੱਥੇ ਅੱਜ ਆਪਾਂ ਸੱਚਖੰਡ ਸਾਹਿਬ ਦਰਬਾਰ ਦੇ ਦਰਸ਼ਨ ਕਰਦੇ, ਕਹਿਣ ਲੱਗੇ ਇੱਥੇ ਮਹਾਰਾਜ ਦਾ ਤੀਰ ਪ੍ਰਾਪਤ ਹੋਇਆ। ਭਾਵ ਇਹ ਹੈ ਵੀ ਮਹਾਰਾਜ ਦੇ ਤੀਰ ਇੰਨੀ ਦੂਰੀ ਤੱਕ ਪਹੁੰਚਦੇ ਸਨ। ਉਹਦੇ ਪਹੁੰਚਣ ਦਾ ਕਾਰਨ ਇਹ ਹੈ ਵੀ ਮਹਾਰਾਜ ਇੰਨੇ ਬਲ ਵਾਲੇ ਸਨ ਵੀ ਉਹਨਾਂ ਦਾ ਧਨੁੱਖ ਕੋਈ ਚਲਾ ਨਹੀਂ ਸੀ ਸਕਦਾ, ਉਹ ਆਪ ਹੀ ਇੰਨੀ ਸਮਰੱਥਾ ਰੱਖਦੇ। ਅਤੇ ਜਦੋਂ ਅਨੰਦਪੁਰ ਸਾਹਿਬ ਦਾ ਜੰਗ ਹੁੰਦਾ ਪਿਆ ਨਾ, ਅਤੇ ਮਹਾਰਾਜ ਦਾ ਤੀਰ ਜਦੋਂ ਦੁਸ਼ਮਣ ਦੇ ਮੰਜੇ 'ਤੇ ਪਾਵੇ 'ਚ ਖੁੱਭਾ ਆ ਗਏ ਅਤੇ ਤਰਾਹ ਨਿਕਲ ਗਿਆ, ਡਰ ਗਏ। ਅਤੇ ਗੱਲਾਂ ਕਰਦੇ ਵੀ ਇੰਨੀ ਦੂਰ ਤੀਰ ਤੇ ਕੇਵਲ ਦਸਵੇਂ ਪਾਤਸ਼ਾਹ ਦੀ ਆ ਸਕਦਾ। ਦੁਸ਼ਮਣ ਨੂੰ ਵੀ ਇਸ ਗੱਲ ਦਾ ਪਤਾ ਸੀ ਵੀ ਮਹਾਰਾਜ ਦਾ ਤੀਰ ਬੜੀ ਦੂਰ ਦੂਰ ਤੱਕ ਮਾਰ ਕਰਦਾ, ਇੰਨਾ ਭੈ ਮਹਾਰਾਜ ਦੇ ਤੀਰਾਂ ਦਾ ਹੈ। ਅਤੇ ਗੁਰਮੁਖੋ ਮਹਾਰਾਜ ਜੀਆਂ ਦੀ ਬਹਾਦਰੀ ਆਪਾਂ ਚਮਕੌਰ ਸਾਹਿਬ ਦੇ ਜੰਗ ਵਿੱਚੋਂ ਵੀ ਜਾਣ ਸਕਦੇ ਹਾਂ। 10 ਲੱਖ ਦਾ ਘੇਰਾ ਵਿਦਵਾਨਾਂ ਨੇ ਲਿਖਿਆ, 10 ਲੱਖ ਬੰਦਾ ਇੱਕ ਕੱਚੇ ਘਰ ਨੂੰ ਘੇਰਾ ਪਾ ਕੇ ਬੈਠਾ, ਜਿਹਨੂੰ ਆਪਾਂ ਗੜੀ ਕਹਿ ਦਿੰਦੇ ਨਾ। ਗੜੀ ਨਾਮ ਛੋਟੇ ਕਿਲੇ ਦਾ, ਪਰ ਉਹ ਕਿਲਾ ਨਹੀਂ ਸੀ, ਰਹਿਣ ਵਾਸਤੇ ਘਰ ਹੀ ਬਣਾਇਆ ਸੀ ਉਹਨਾਂ ਲੋਕਾਂ ਨੇ, ਪਰ ਬਣਾਇਆ ਉਹਨੂੰ ਕਿਲੇ ਵਰਗਾ ਸੀ, ਬੜਾ ਮਜ਼ਬੂਤ ਹੈ, ਕੱਚਾ ਘਰ। ਉਹਦੇ ਵਿੱਚ ਮਹਾਰਾਜ 40 ਸਿੰਘ ਭੁੱਖੇ, ਮਹਾਰਾਜ ਦੇ 40 ਸਿੰਘ, ਅਤੇ ਉਹਨਾਂ ਨਾਲ ਮਹਾਰਾਜ ਬੈਠੇ ਸਨ। ਹੁਣ ਤੁਸੀਂ ਇਹ ਆਪਣੇ ਦਿਮਾਗ ਦੇ ਵਿੱਚ ਹਿਸਾਬ ਲਾ ਲਓ ਵੀ ਇੱਕ ਪਾਸੇ 40 ਵਿਅਕਤੀ ਹੋਣ, ਇੱਕ ਪਾਸੇ ਲੱਖਾਂ ਦੀ ਗਿਣਤੀ ਵਿੱਚ ਪੂਰੇ ਸ਼ਸਤਰਾਂ ਦੇ ਨਾਲ ਲੈਸ ਫੌਜ ਹੋਵੇ, ਇੱਕ ਮੁੱਠੀ ਮਿੱਟੀ ਦੀ ਭਰ ਕੇ ਵੀ ਸੁੱਟ ਦੇਣ ਅਤੇ ਉਹ ਗੜੀ ਮਿੱਟੀ ਨਾਲ ਭਰ ਜਾਵੇ। ਪਰ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਤੀਰਾਂ ਦਾ ਇੰਨਾ ਭੈ ਹੈ, ਕੋਈ ਇਹੋ ਜਿਹਾ ਮਾਈ ਦਾ ਲਾਲ ਨਹੀਂ ਜਿਹੜਾ ਕੰਧ ਦੇ ਨੇੜੇ ਵੀ ਜਾ ਸਕੇ। ਫੌਜ ਦੇ ਕਮਾਂਡਰਾਂ ਨੇ, ਸੈਨਾਪਤੀਆਂ ਨੇ ਹੁਕਮ ਕਰ ਦਿੱਤਾ ਫੌਜ ਨੂੰ, ਗੜੀ ਤੋਂ ਇੰਨੇ ਮੀਲ ਦੂਰ ਹੋ ਕੇ ਬੈਠੋ, ਮਹਾਰਾਜ ਦੇ ਤੀਰ ਇੱਥੋਂ ਤੱਕ ਆ ਕੇ ਮਾਰ ਕਰਨਗੇ। ਅਤੇ ਜੇ ਕੋਈ ਥੋੜ੍ਹਾ ਜਿਹਾ ਗਾਂਹ ਜਾਣ ਦੀ ਹਿੰਮਤ ਕਰਦਾ ਨਾ, ਅਤੇ ਮਹਾਰਾਜ ਦੇ ਤੀਰ ਫਿਰ ਛਾਤੀਆਂ ਨੂੰ ਪਰੋ ਕੇ ਪਾਰ ਲੰਘ ਜਾਂਦੇ। ਇੰਨਾ ਭੈ, ਤਾਂ ਏਡੀ ਵੱਡੀ ਫੌਜ ਗੜੀ ਦੇ ਵਿੱਚ ਨਹੀਂ ਵੜ ਸਕੀ ਜਿੰਨਾ ਚ ਦਸਵੇਂ ਪਾਤਸ਼ਾਹ ਆਪ ਗੜੀ ਵਿੱਚ ਰਹੇ। ਇਹ ਸਾਖੀਆਂ ਇਤਿਹਾਸ ਦੀਆਂ ਇਹ ਮਹਾਰਾਜ ਦੀ ਬਹਾਦਰੀ ਦਾ ਜ਼ਿਕਰ ਕਰਦੀਆਂ ਵੀ ਇੰਨੇ ਬਹਾਦਰ ਸਨ ਮਹਾਰਾਜ, ਏਡੀ ਵੱਡੀ ਫੌਜ ਦੇ ਵਿੱਚ ਹਿੰਮਤ ਨਹੀਂ ਪਈ ਵੀ ਅੱਗੇ ਹੋ ਕੇ ਵਧਿਆ ਜਾ ਸਕੇ। ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਛੱਡਿਆ ਨਾ, ਤੇ ਉੱਚੀ ਆਵਾਜ਼ ਦੇ ਵਿੱਚ ਮਹਾਰਾਜ ਨੇ ਆਵਾਜ਼ਾਂ ਦਿੱਤਾ ਵੀ ਅਸੀਂ ਜਾ ਰਹੇ ਹਾਂ, ਜਿਹਦੇ ਵਿੱਚ ਹਿੰਮਤ ਹੈ ਆਓ ਸਾਨੂੰ ਫੜ ਲਓ। ਅਤੇ ਮਹਾਰਾਜ ਦੀ ਆਵਾਜ਼ ਇੰਨੀ ਗਰਜੀ ਰਾਤ, ਦੁਸ਼ਮਣ ਦੀ ਫੌਜ ਦੇ ਉਸ ਵੇਲੇ ਡਰ ਦੇ ਨਾਲ ਇਹੋ ਜਿਹੀ ਹਾਲਤ ਬਣ ਗਈ, ਸਾਰਿਆਂ ਨੂੰ ਇਹ ਲੱਗਾ ਵੀ ਜਿਵੇਂ ਮਹਾਰਾਜ ਮੇਰੇ ਕੋਲ ਖੜ ਗਏ ਨੇ ਆ ਕੇ, ਵੀ ਮੇਰੇ ਕੋਲ ਆਵਾਜ਼ ਪਈ ਹੈ। ਉਹਨਾਂ ਨੇ ਰਾਤ ਨੂੰ ਤਲਵਾਰਾਂ ਕੱਢ ਲਈਆਂ, ਰਾਤ ਦੇ ਹਨੇਰੇ ਵਿੱਚ ਇੱਕ ਦੂਜੇ ਨੂੰ ਹੀ ਮਾਰਨ ਲੱਗ ਪਿਆ। ਡਰ ਹੀ ਇੰਨਾ ਗਿਆ ਵੀ ਇਹ ਸਾਡੇ ਕੋਲ ਆ ਗਏ, ਹੁਣ ਮੈਨੂੰ ਇਹ ਛੱਡਣਗੇ ਨਹੀਂ। ਇੰਨੀ ਧਾਕ ਸੀ ਮਹਾਰਾਜ ਜੀਆਂ ਦੀ ਸੂਰਮਤਾਈ ਦੀ ਵੀ ਦੁਸ਼ਮਣ ਆਪਸ ਵਿੱਚ ਹੀ ਲੜ ਕੇ ਮਰ ਗਏ ਮਹਾਰਾਜ ਦਾ ਖੌਫ ਖਾ ਕੇ, ਡਰ ਖਾ ਕੇ। ਸੋ ਇਤਿਹਾਸ ਦੇ ਬਚਨੇ ਆਪਾਂ ਸਾਂਝੇ ਕਰ ਰਹੇ ਹਾਂ ਵੀ ਮਹਾਰਾਜ ਜੀ ਆਪਣੇ ਹੱਥ ਵਿੱਚ 9 ਟੰਕਾ ਧਨੁੱਖ ਪਕੜਦੇ, ਉਹਦੇ ਵਿੱਚੋਂ ਤੀਰ ਫਿਰ ਮਹਾਰਾਜ ਦੇ 4-4 ਮੀਲ ਤੱਕ ਜਾ ਕੇ ਪ੍ਰਾਪਤ ਹੁੰਦੇ। ਐਸੀ ਬਹਾਦਰੀ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਵਿੱਚ ਹੈ। ਔਰ ਦੁਸ਼ਮਣ ਦੀਆਂ ਫੌਜਾਂ ਵਿੱਚ ਇਹ ਗੱਲ ਹੁੰਦੀ ਪਈ ਹੈ, ਪਹਾੜੀ ਰਾਜਿਆਂ ਦੀਆਂ ਫੌਜਾਂ ਵਿੱਚ ਜਿਹੜੇ ਪਹਾੜੀ ਫੌਜ ਦੇ ਜਰਨੈਲ ਨੇ ਉਹਨਾਂ ਵਿੱਚ ਇਹ ਗੱਲ ਹੋ ਰਹੀ ਹੈ ਵੀ ਇਸ ਵੇਲੇ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਤੀਰਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ, ਐਸੇ ਵੱਡੇ ਉਹ ਬਹਾਦਰ ਹਨ। ਖਪਰੇ ਤੀਸ਼ਨ ਭੀਖ ਨਾ ਕਰਵਾਏ ਸਜੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਤੀਰ ਜਿਹੜੇ ਨੇ ਖਪਰੇ ਨੇ, ਨਿੱਕੇ ਨਿੱਕੇ ਤੀਰ ਨਹੀਂ। ਜੇ ਆਪਾਂ ਕਹਿ ਦਈਏ ਵੀ ਨਿੱਕਾ ਜਿਹਾ ਤੀਰ ਹੈ ਚਲੋ ਦੂਰ ਚਲ ਜਾਏਗਾ, ਮਹਾਰਾਜ ਜੀਆਂ ਦੇ ਤੀਰ ਖਪਰੇ ਨੇ। ਆਪਣਾ ਦੋਨੇ ਹੱਥ ਜੋੜ ਕੇ ਆਪਾਂ ਬੁੱਕ ਬਣਾ ਲੈਂਦੇ ਨਾ,
ਇੰਨਾ ਚੌੜਾ ਮਹਾਰਾਜ ਜੀਆਂ ਦਾ ਤੀਰ ਹੈ। ਅੱਜ ਵੀ ਤੁਸੀਂ ਹਜੂਰ ਸਾਹਿਬ ਦੀ ਧਰਤੀ 'ਤੇ ਰਹਿ ਰਾਸ ਆਰਤੀ ਦੇ ਪਾਠ ਤੋਂ ਮਗਰੋਂ ਮਹਾਰਾਜ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ। ਉਹਦੇ ਵਿੱਚ ਇੱਕ ਚੌੜਾ ਤੀਰ ਵੀ ਮਹਾਰਾਜ ਦਾ ਵਿਖਾਇਆ ਜਾਂਦਾ, ਉਹਨੂੰ ਖਪਰਾ ਤੀਰ ਆਖਿਆ ਜਾਂਦਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਆਪਾਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਨਾ, ਅਤੇ ਉਹਦੇ ਵਿੱਚ ਪਲਟਾ ਫੇਰਦੇ, ਆਪਾਂ ਖੁਰਪਾ ਫੇਰਦੇ, ਕਿੱਡਾ ਤਕੜਾ ਹੁੰਦਾ। ਇੱਦਾਂ ਦੇ ਮਹਾਰਾਜ ਦੇ ਤੀਰ ਸਨ ਜਿਹੜੇ ਚੱਲਦੇ ਸਨ। ਉਹ ਤੀਰ ਕੇਵਲ 10ਵੇਂ ਪਾਤਸ਼ਾਹ ਚਲਾ ਸਕਦੇ। ਦੁਸ਼ਮਣ ਦੇ ਮਨ ਵਿੱਚ ਖੌਫ ਹੈ, ਕਹਿਣ ਲੱਗੇ ਤੀਰ ਵੀ ਕੋਈ ਆਮ ਨਹੀਂ, ਖਪਰੇ ਤੀਰ ਚੱਲਦੇ, ਬੜੇ ਬੜੇ ਚੌੜੇ, ਬੁੱਕ ਵਰਗੇ ਚੌੜੇ, ਉਹਨਾਂ ਦੇ ਅੱਗੇ ਫਾਲੇ ਲੱਗੇ ਹੋਏ, ਜਿਹਦੀ ਛਾਤੀ ਵਿੱਚ ਵੱਜਦੇ ਨੇ, ਛਾਤੀ ਜਿਹੜੀ ਪਾੜ ਕੇ ਹੀ ਲੰਘ ਜਾਂਦੇ, ਸਰੀਰ ਦੇ 2 ਹਿੱਸੇ ਕਰ ਜਾਂਦੇ। ਐਸੇ ਤੀਰ 10ਵੇਂ ਪਾਤਸ਼ਾਹ ਦੀ ਕਮਾਨ ਵਿੱਚੋਂ ਚੱਲਦੇ ਹਨ। ਇਹ ਗੱਲਾਂ ਦੁਸ਼ਮਣ ਫੌਜ ਦੇ ਵਿੱਚ ਹੋ ਰਹੀਆਂ ਹਨ। ਛਿਪਰ ਪੰਚ ਬਗਰਾਏ ਕਰ ਸ਼ੋਰਟ ਬੜਦੂਰੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਛੇਤੀ ਦੇ ਨਾਲ ਚਿੱਲੇ ਵਿੱਚੋਂ ਤੀਰ ਜਿਹੜੇ ਨੇ ਖਿੱਚ ਖਿੱਚ ਕੇ ਚਲਾਉਂਦੇ ਨੇ। ਕੱਲਾ ਮਹਾਰਾਜ ਤੀਰ ਚਲਾਉਣਾ ਨਹੀਂ ਜਾਣਦੇ, ਤੀਰਾਂ ਦੀ ਰਫ਼ਤਾਰ ਇੰਨੀ ਹੈ ਵੀ ਦੁਸ਼ਮਣ ਨੂੰ ਅੱਗੋਂ ਸੰਭਲਣ ਦਾ ਮੌਕਾ ਵੀ ਨਹੀਂ ਦਿੰਦੇ ਮਹਾਰਾਜ। ਇੰਨੀ ਫੁਰਤੀ ਦੇ ਨਾਲ, ਇੰਨੀ ਜਲਦੀ, ਇੰਨੀ ਕਾਹਲੀ ਦੇ ਨਾਲ ਕਮਾਨ ਦੇ ਵਿੱਚੋਂ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਵਿੱਚ ਤੀਜਾ। ਜਿਵੇਂ ਅੱਜ ਐਟੋਮੈਟਿਕ ਬੰਦੂਕਾਂ ਆ ਗਈਆਂ ਨਾ, ਗੰਨਾਂ ਆ ਗਈਆਂ, ਪਟੇ ਚੜ੍ਹਦੇ ਅਤੇ ਲਗਾਤਾਰ ਗੋਲੀ ਉਹਦੇ ਵਿੱਚੋਂ ਨਿਕਲਦੀ ਹੈ। ਧੰਨ 10ਵੇਂ ਪਾਤਸ਼ਾਹ ਵਿੱਚ ਫੁਰਤੀ ਇੰਨੀ ਹੈ ਕਿ ਮਹਾਰਾਜ ਦੇ ਤੀਰ ਜਦੋਂ ਕਮਾਨ ਵਿੱਚੋਂ ਨਿਕਲਦੇ ਸਨ ਅਤੇ ਤੀਰਾਂ ਦਾ ਮੀਂਹ ਪਾ ਦਿੰਦੇ, ਲਗਾਤਾਰ ਮਹਾਰਾਜ ਦੇ ਤੀਰ ਹੱਥੋਂ ਨਿਕਲਦੇ। ਐਸੀ ਫੁਰਤੀ ਅਤੇ ਐਸਾ ਜੰਗ ਦਾ ਅਭਿਆਸ ਮਹਾਰਾਜ ਜੀਆਂ ਨੇ ਕਮਾਇਆ। ਐਸੀ ਸਮਰੱਥਾ ਮਹਾਰਾਜ ਜੀਆਂ ਦੇ ਵਿੱਚ ਹੈ। ਉਸਨ ਲੱਗ ਪਹੁੰਚਤ ਚਲੈ ਬਲ ਤੇ ਭਰਪੂਰੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਮਹਾਰਾਜ ਦੇ ਤੀਰ ਕਈ ਕੋਹ ਤੱਕ ਚੱਲ ਕੇ ਜਾਂਦੇ ਸਨ। ਇੰਨੇ ਬਲ ਦੇ ਨਾਲ ਔਰ ਇੰਨੀ ਛੇਤੀ ਦੇ ਨਾਲ ਤੀਰ ਨਿਕਲਦੇ ਹਨ। ਸੁਨੇ ਪੁਰਾਣਨ ਕੇ ਬਚਨ ਅਰਜਨ ਸਰ ਮਾਰੇ। ਦੁਨੀਆ ਨੇ ਸੁਣਿਆ, ਪੁਰਾਣਾਂ ਦੇ ਵਿੱਚ ਵੇਖਿਆ ਤੇ ਨਹੀਂ, ਪਰ ਪੁਰਾਣਾਂ ਵਿੱਚ, ਗ੍ਰੰਥਾਂ ਵਿੱਚ ਇਹ ਗੱਲ ਸੁਣੀ ਹੈ ਵੀ ਇੱਕ ਸੂਰਮਾ ਹੋਇਆ ਦੁਆਪਰ ਯੁੱਗ ਦੇ ਵਿੱਚ। ਲੋਕ ਉਸ ਨੂੰ ਅਰਜਨ ਦੇ ਨਾਮ ਦੇ ਨਾਲ ਜਾਣਦੇ ਸਨ ਵੀ ਉਹਦੇ ਤੀਰਾਂ ਦਾ ਮੁਕਾਬਲਾ ਕੋਈ ਨਹੀਂ ਸੀ ਉਸ ਵੇਲੇ ਕਰ ਸਕਦਾ। ਕਹਿਣ ਲੱਗੇ ਇਹ ਗੱਲ ਤੇ ਪੁਰਾਣਾਂ ਵਿੱਚ ਸੁਣੀ ਹੈ, ਪਰ ਇਹ ਗੱਲ ਅੱਖਾਂ ਨਾਲ ਅੱਜ ਵੇਖੀ ਹੈ। 10ਵੇਂ ਪਾਤਸ਼ਾਹ ਦੇ ਤੀਰ ਚੱਲੇ, ਅੱਜ ਪਤਾ ਲੱਗਾ ਵੀ ਵਾਕਿਆ ਹੀ ਕੋਈ ਐਸਾ ਸੂਰਮਾ ਵੀ ਦੁਨੀਆ ਤੇ ਹੋ ਸਕਦਾ ਹੈ। ਤ੍ਰੇਤੇ ਯੁਗ ਸ਼੍ਰੀ ਰਾਮ ਜੀ ਧਨ ਵਿਦਿਆ ਭਾਰੇ। ਜਾਂ ਫਿਰ ਕਹਿੰਦੇ ਵੀ ਤ੍ਰੇਤੇ ਯੁੱਗ ਦੇ ਵਿੱਚ ਇੱਕ ਸੂਰਮਾ ਹੋਇਆ ਜਿਹਦੇ ਤੀਰਾਂ ਦੀ ਤਾਬ ਕੋਈ ਝੱਲ ਨਹੀਂ ਸਕਦਾ। ਉਹ ਸਨ ਭਗਵਾਨ ਰਾਮਚੰਦਰ ਜੀ, ਅਯੁੱਧਿਆ ਨਗਰੀ ਦੇ ਵਾਸੀ। ਉਹਨਾਂ ਦੇ ਵੀ ਕਹਿਣ ਲੱਗੇ ਵੀ ਤੀਰ ਜਿਹੜੇ ਸਨ ਨਿਸ਼ਾਨੇ 'ਤੇ ਲੱਗਦੇ ਸਨ, ਕਦੇ ਨਿਸ਼ਾਨੇ ਤੋਂ ਤੀਰ ਰੁਕਦਾ ਨਹੀਂ ਸੀ। ਐਸੇ ਬਹਾਦਰ ਸੂਰਮੇ ਸਨ ਭਗਵਾਨ ਰਾਮ ਜੀ, ਦਸ਼ਰਥ ਜੀਆਂ ਦੇ ਜਿਹੜੇ ਸਪੁੱਤਰ ਸਨ, ਅਯੁੱਧਿਆ ਨਗਰੀ ਦੇ ਜੋ ਵਾਸੀ ਸਨ, ਅਤੇ ਜਿਨ੍ਹਾਂ ਨੇ ਰਾਵਣ ਦੇ ਨਾਲ ਜੰਗ ਕੀਤਾ। ਰਾਵਣ ਵਰਗੇ ਦੈਂਤ ਨੂੰ ਢਾਉਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੈ, ਉਹ ਢਾਇਆ ਭਗਵਾਨ ਰਾਮ ਜੀਆਂ ਨੇ। ਕਹਿਣ ਲੱਗੇ ਵੀ ਇਹ ਗੱਲਾਂ ਤੇ ਸ਼ਸਤਰਾਂ ਵਿੱਚ ਲਿਖੀਆਂ, ਗ੍ਰੰਥਾਂ ਵਿੱਚ, ਵੀ ਰਾਮ ਜੀ ਬੜੇ ਧਨੁਧਾਰੀ ਸਨ, ਤੀਰ ਚਲਾਉਣਾ ਜਾਣਦੇ। ਜਾਂ ਦੁਆਪਰ ਯੁੱਗ ਦੇ ਵਿੱਚ ਅਰਜਨ ਬੜਾ ਵੱਡਾ ਸੂਰਮਾ ਹੈ। ਇਹ ਗੱਲਾਂ ਅਸੀਂ ਸੁਣੀਆਂ ਗ੍ਰੰਥਾਂ ਵਿੱਚੋਂ, ਪਰ ਕਹਿਣ ਲੱਗੇ ਅੱਜ 10ਵੇਂ ਪਾਤਸ਼ਾਹ ਦੇ ਤੀਰ ਚੱਲਦੇ, ਅਸੀਂ ਵੇਖ ਲਿਆ ਵੀ ਵਾਕਿਆ ਹੀ ਇਸ ਤਰ੍ਹਾਂ ਦੇ ਸੂਰਮੇ ਦੁਨੀਆ ਤੇ ਹੁੰਦੇ ਹਨ। ਕਿਦੋਂ ਪਿਤਾਮਾ ਇਨਹੋ ਕੋ ਸ਼੍ਰੀ ਹਰਗੋਬਿੰਦ। ਜਾਂ ਫਿਰ ਦੁਨੀਆ ਨੇ ਸੁਣਿਆ ਵੀ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਤੀਰ ਜਿਹੜੇ ਸਨ ਗੁਰਮੁਖੋ, ਉਹ ਵੀ ਬੜੀ ਦੂਰ ਦੂਰ ਤੱਕ ਪਹੁੰਚ ਰੱਖਦੇ ਸਨ। ਕਿਉਂਕਿ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਦਾ ਸਰੀਰ ਦਾ ਜਿਹੜਾ ਜੁੱਸਾ ਹੈ ਨਾ, ਬੜਾ ਭਾਰੀ ਤਕੜਾ ਸਰੀਰ ਸੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦਾ। ਬੜਾ ਲੰਮਾ ਕੱਦ ਅਤੇ ਬੜਾ ਤਕੜਾ ਸਰੀਰ ਮਹਾਰਾਜ ਜੀਆਂ ਦਾ, ਬੜੇ ਬਲ ਵਾਲੇ ਸਨ। ਆਪਾਂ ਇਤਿਹਾਸ ਵਿੱਚ ਇਹ ਬਚਨ ਸਰਵਣ ਕਰਦੇ ਹਾਂ ਵੀ ਪੈਂਦੇ ਖਾਨ ਨਾਮ ਦਾ ਸੂਰਮਾ ਮਹਾਰਾਜ ਦੀ ਫੌਜ ਵਿੱਚ ਭਰਤੀ ਹੋਇਆ। ਇਹਦੇ ਵਿੱਚ ਇੰਨਾ ਬਲ ਹੈ ਕਿ ਜੇ 2 ਝੋਟੇ ਆਪਸ ਵਿੱਚ ਲੜਦੇ ਹੋਣ ਤਾਂ ਉਹਨਾਂ ਨੂੰ ਸਿੰਗਾਂ ਤੋਂ ਫੜ ਕੇ ਪਿੱਛੇ ਧੱਕ ਦੇਵੇ, ਅਤੇ ਜੇ ਹਾਥੀ ਨੂੰ ਸੁੰਡ ਤੋਂ ਫੜ ਕੇ ਖੜ੍ਹ ਜਾਵੇ ਅਤੇ ਹਾਥੀ ਨੂੰ ਮਜਬੂਰ ਕਰ ਦਿੰਦਾ ਖੜਨ ਵਾਸਤੇ, ਹਿੱਲਣ ਨਹੀਂ ਦਿੰਦਾ। ਇੰਨਾ ਬਲ ਕਹਿਣ ਲੱਗੇ ਵੀ ਉਸ ਪੈਂਦੇ ਖਾਨ ਦੇ ਵਿੱਚ ਵਰਣਨ ਕੀਤਾ ਹੈ। ਪਰ ਜਦੋਂ ਪੈਂਦੇ ਖਾਨ ਕਿਸੇ ਕੋਲੋਂ ਨਹੀਂ ਨਾ ਜਿੱਤਿਆ ਜਾਂਦਾ, ਉਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਮਰ ਕੱਸਾ ਲਾ ਕੇ ਆ ਮੈਦਾਨ ਵਿੱਚ ਆਉਂਦੇ। ਕਹਿਣ ਲੱਗੇ ਆ ਪੈਂਦਿਆ ਸਾਡੇ ਨਾਲ ਕੁਸ਼ਤੀ ਕਰ, ਅਤੇ ਪੈਂਦੇ ਖਾਨ ਨਾਲ ਕੁਸ਼ਤੀ ਕਰਕੇ ਮਹਾਰਾਜ ਢਾਹ ਲੈਂਦੇ ਉਸ ਨੂੰ, ਧਰਤੀ ਦੇ ਉੱਪਰ ਗੋਡੀਆਂ ਲਵਾ ਦਿੰਦੇ। ਹੁਣ ਤੁਸੀਂ ਪੈਂਦੇ ਖਾਨ ਦਾ ਬਲ ਤੇ ਸੁਣ ਲਿਆ ਵੀ ਇੰਨੀ ਤਾਕਤ ਹੈ, ਜਿਹੜਾ ਹਾਥੀ ਨੂੰ ਫੜ ਕੇ ਖਿਲਾੜਨ ਦੀ ਸਮਰੱਥਾ ਰੱਖਦਾ, ਲੜਦੇ ਹੋਏ ਝੋਟਿਆਂ ਨੂੰ ਪਿੱਛੇ ਧੱਕਣ ਦੀ ਸਮਰੱਥਾ ਰੱਖਦਾ ਹੈ। ਐਸੇ ਵੱਡੇ ਬਲ ਵਾਲੇ ਨੂੰ ਜੇ ਕੋਈ ਢਾਹ ਸਕਦਾ ਤੇ ਉਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਸਨ। ਇਹ ਗੱਲਾਂ ਇਤਿਹਾਸ ਦੇ ਬਚਨ ਨੇ,
ਐਸੇ ਬਹਾਦਰ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ। ਕਹਿਣ ਲੱਗੇ ਵੀ ਉਹਨਾਂ ਦੇ ਤੀਰਾਂ ਦੀ ਤਾਪ ਵੀ ਕੋਈ ਝੱਲ ਨਹੀਂ ਸਕਿਆ, ਐਸੇ ਵੱਡੇ ਸੂਰਮੇ ਹਨ। ਸੁਣੀ ਸ਼ਾਹਦੀ ਤੈਨੋਂ ਕੀ ਹੱਥ ਤੁਰਕਨ ਬ੍ਰਿੰਦੋਂ। ਸੋ ਕਹਿਣ ਲੱਗੇ ਸ਼ਾਦੀ ਤੋਂ ਭਾਵ ਹੁੰਦਾ ਗਵਾਹੀ, ਅੱਖਾਂ ਨਾਲ ਵੇਖੀ ਹੋਈ ਜਿਹੜੀ ਵਸਤੂ ਹੈ ਉਹਨੂੰ ਸ਼ਾਦੀ ਕਿਹਾ ਜਾਂਦਾ ਹੈ ਕਿ ਮੈਂ ਇਹ ਗੱਲ ਵੇਖੀ ਹੈ, ਮੈਂ ਗਵਾਹੀ ਦਿੰਦਾ ਵੀ ਇਸ ਤਰ੍ਹਾਂ ਹੋਇਆ। ਇਹ ਪਹਾੜੀ ਰਾਜਿਆਂ ਦੀਆਂ ਫੌਜਾਂ ਵਿੱਚ ਗੱਲ ਚੱਲ ਪਈ। ਕਹਿਣ ਲੱਗੇ ਜਿਨ੍ਹਾਂ ਮੁਗਲਾਂ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜੰਗ ਕੀਤਾ ਹੈ ਉਹ ਮੁਗਲ ਇਸ ਗੱਲ ਦੀ ਗਵਾਹੀ ਦਿੰਦੇ ਨੇ ਵੀ ਅਸੀਂ ਅੱਖਾਂ ਨਾਲ ਵੇਖਿਆ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤੀਰ ਵਾਕਿਆ ਹੀ ਇਸ ਤਰ੍ਹਾਂ ਚੱਲਦੇ ਸਨ, ਤੇ ਉਹ ਗੱਲ ਅਸੀਂ ਮੁਗਲਾਂ ਦੇ ਕੋਲੋਂ ਆਪ ਸੁਣੀ ਹੈ। ਇਸ ਬਿਦ ਕੇ ਸਰ ਸ਼ੋਰ ਤੇ ਰਾਖੀ ਸੰਗ ਸੈਨਾ। ਇਸ ਤਰ੍ਹਾਂ ਦੇ ਤੀਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਛੱਡਦੇ ਨੇ ਤੇ ਨਾਲ ਫੌਜ ਵੀ ਰੱਖੀ ਹੈ। ਜਿਵੇਂ ਤੀਰ ਚਲਾਉਂਦਾ ਦੁਆਪਰ ਦੇ ਵਿੱਚ ਅਰਜਨ, ਤ੍ਰੇਤੇ ਦੇ ਵਿੱਚ ਭਗਵਾਨ ਰਾਮ ਜੀ, ਔਰ ਗੁਰੂ ਹਰਗੋਬਿੰਦ ਪਾਤਸ਼ਾਹ ਚਲਾਉਂਦੇ ਨੇ। ਕਹਿਣ ਲੱਗੇ ਉਸ ਤੋਂ ਵੀ ਖਤਰਨਾਕ ਜਿਹੜੇ ਤੀਰ ਨੇ ਉਹ 10ਵੇਂ ਪਾਤਸ਼ਾਹ ਦੀ ਕਮਾਨ ਵਿੱਚੋਂ ਨਿਕਲਦੇ ਨੇ। ਇਹ ਗੱਲਾਂ ਜਦੋਂ ਚੱਲੀਆਂ ਨਾ ਪਹਾੜੀ ਰਾਜਿਆਂ ਦੀਆਂ ਫੌਜਾਂ ਵਿੱਚ, ਜਰਨੈਲਾਂ ਵਿੱਚ ਐਸੀਆਂ ਗੱਲਾਂ ਹੁੰਦੀਆਂ ਹਨ। ਭੀਮ ਚੰਦ ਸੋਰਿਸ ਭਈ ਕਿਸਤੇ ਮਨ ਭੈ ਨਾ। ਭੀਮ ਚੰਦ ਸੁਣ ਕੇ ਬੜਾ ਗੁੱਸੇ ਹੋ ਗਿਆ, ਕਿਉਂਕਿ ਉਹਨੂੰ ਗੁੱਸਾ ਵੀ ਮੇਰੀ ਤਾਰੀਫ ਕੋ ਕਰਦਾ ਨਹੀਂ, ਮੇਰੇ ਦੁਸ਼ਮਣ ਦੀ, ਕਿਉਂਕਿ ਉਹ ਮਨ ਦੇ ਵਿੱਚ ਸਤਿਗੁਰਾਂ ਨੂੰ ਦੁਸ਼ਮਣ ਬਣਾਈ ਬੈਠਾ। ਉਹਦੇ ਮਨ ਵਿੱਚ ਗੁੱਸਾ ਆ ਗਿਆ ਵੀ ਮੇਰੀ ਤਾਰੀਫ ਤੇ ਕਰਦਾ ਕੋਈ ਨਹੀਂ, ਮੇਰੇ ਦੁਸ਼ਮਣ ਦੀ ਤਾਰੀਫ ਕਰਦੇ। ਤੇ ਨਾਲੇ ਇਸ ਗੱਲ ਦਾ ਵੀ ਗੁੱਸਾ ਵੀ ਗੁਰੂ ਗੋਬਿੰਦ ਸਿੰਘ ਮੇਰੇ ਤੋਂ ਡਰਦੇ ਕਿਉਂ ਨਹੀਂ। ਮੈਂ 21 ਰਾਜਿਆਂ ਦਾ ਸਰਦਾਰ, 21 ਰਾਜੇ ਮੈਨੂੰ ਸਲਾਮ ਕਰਦੇ, ਤੇ ਕੁੱਲ ਅਸੀਂ 22 ਰਾਜੇ ਹਾਂ। ਅਸੀਂ ਸਭ ਆਪਸ ਵਿੱਚ ਇੱਕੋ ਹੀ ਹਾਂ, ਰਿਸ਼ਤੇਦਾਰ ਹੀ ਹਾਂ। ਅਸੀਂ 22 ਰਾਜੇ ਤੇ ਮੈਂ ਉਹਨਾਂ ਸਾਰਿਆਂ ਰਾਜਿਆਂ ਦਾ ਸਰਦਾਰ ਹਾਂ। ਇਹ 10ਵੇਂ ਪਾਤਸ਼ਾਹ ਤੇ ਮੇਰੇ ਕੋਲੋਂ ਵੀ ਭੈ ਨਹੀਂ ਖਾਂਦੇ, ਮੇਰਾ ਵੀ ਡਰ ਨਹੀਂ ਮੰਨਦੇ ਹਨ। ਸੁਨ ਸੁਨ ਰਾਜੇ ਗਿਰਨ ਕੇ ਲਿਖ ਪੱਤਰ ਪਠਾਵੇ। ਜਦੋਂ ਪਹਾੜੀ ਰਾਜੇ ਸੁਣਦੇ ਨਾ ਮਹਾਰਾਜ ਦੀ ਇਹ ਵਡਿਆਈ ਵੀ ਮਹਾਰਾਜ ਸੂਰਮੇ ਤੇ ਫੌਜ ਕੋਲ ਰੱਖੀ ਹੈ, ਪਹਾੜੀ ਰਾਜੇ ਪਹਿਲਾਂ ਹੀ ਡਰ ਲੱਗ ਪਏ। ਅਜੇ ਜੰਗ ਹੋਇਆ ਨਹੀਂ ਹੈ, ਪਹਿਲਾਂ ਹੀ ਡਰ ਗਏ। ਉਹਨਾਂ ਨੇ ਚਿੱਠੀਆਂ ਲਿਖ ਲਿਖ ਕੇ ਭੀਮ ਚੰਦ ਨੂੰ ਪਾਈਆਂ ਵੀ ਹੈ, ਭੀਮ ਚੰਦ ਰਾਜੇ ਤੂੰ ਸਾਰਿਆਂ ਤੋਂ ਸਾਡੇ ਤੋਂ ਵੱਡਾ ਹੈ, ਤੇਰੇ ਕੋਲ ਸਾਰੇ ਅਧਿਕਾਰ ਨੇ। ਤੇ ਇਹ ਸਾਡੀਆਂ ਚਿੱਠੀਆਂ ਉਹ ਆ ਰਹੀਆਂ ਨੇ ਵੀ ਵੇਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਕਰ ਰਿਹਾ, ਇਹ ਕਰ ਰਿਹਾ। ਕਈ ਤਰ੍ਹਾਂ ਦੀਆਂ ਚਿੱਠੀਆਂ ਲਿਖ ਕੇ ਆਉਂਦੀਆਂ ਹਨ। ਦੋਨੋਂ ਦੇਸ਼ ਕੋ ਜਸ ਕਹੈ ਜਿਮ ਕੋ ਉਪਾਵੇ। ਇਹ ਸਾਰੇ ਲੋਕ ਮਹਾਰਾਜ ਜੀਆਂ ਦਾ ਜਸ ਕਰਦੇ ਨੇ, ਤੇ ਜਸ ਸੁਣ ਸੁਣ ਕੇ ਕਹਿਣ ਲੱਗੇ ਭੀਮ ਚੰਦ ਦੇ ਮਨ ਵਿੱਚ ਬੜਾ ਕੋਪ ਗੁੱਸਾ ਪੈਦਾ ਹੁੰਦਾ ਹੈ। ਉਤੋ ਕਿਰਪਾਲ ਕਟੋਚੀਆ ਸੋ ਚਹਿਤ ਲਰਾਇਓ। ਇਹਦੇ ਕੋਲ ਇੱਕ ਕਿਰਪਾਲ ਨਾਮ ਦਾ ਰਾਜਾ ਹੈ, ਤੇ ਕਟੋਚੀਆ ਇਹਦੀ ਗੁਰਮੁਖੋ ਰਿਆਸਤ ਹੈ। ਕਟੋਚ ਨਾਮ ਦਾ ਇੱਕ ਇਲਾਕਾ ਕਟੋਚੀਆ ਰਿਆਸਤ ਹੈ, ਤੇ ਇੱਥੋਂ ਦਾ ਰਹਿਣ ਵਾਲਾ ਇੱਕ ਰਾਜਾ, ਤੇ ਨਾਮ ਹੈ ਉਹਦਾ ਕਿਰਪਾਲ ਚੰਦ। ਹੁਣ ਭੀਮ ਚੰਦ ਰਾਜਾ ਚਲਾਕ ਬੜਾ, ਚਲਾਕੀ ਇਹ ਹੈ ਵੀ ਮੈਂ ਨਾ ਲੜਾਂ ਜਾ ਕੇ, ਮੇਰਾ ਨੁਕਸਾਨ ਕੋਈ ਨਾ ਹੋਵੇ, ਮੈਂ ਕਿਸੇ ਦੂਜੇ ਰਾਜੇ ਨੂੰ ਪ੍ਰੇਰ ਕੇ ਤੇ ਮਹਾਰਾਜ ਦੇ ਉੱਪਰ ਚੜਾਵਾਂ। ਰਾਜਾ ਲੜੇ, ਮਹਾਰਾਜ ਦਾ ਨੁਕਸਾਨ ਹੋਵੇ ਤੇ ਰਾਜੇ ਦਾ ਹੋਵੇ, ਮੇਰਾ ਨਾ ਕੋਈ ਹੋਵੇ। ਕਹਿਣ ਲੱਗੇ ਕਟੋਚੀਏ ਰਾਜੇ ਨੂੰ ਮਹਾਰਾਜ ਦੇ ਨਾਲ ਲੜਾਉਣਾ ਚਾਹੁੰਦਾ ਹੈ। ਰਾਜਧਾਨੀ ਜਿਸ ਕਾਂਗੜਾ ਲਿਖ ਦੂਤ ਪਠਾਇਓ। ਗੁਰਮੁਖੋ ਕਾਂਗੜਾ ਸ਼ਹਿਰ ਹੈ ਅੱਜ ਵੀ ਹਿਮਾਚਲ ਦੇ ਵਿੱਚ। ਇਹ ਕਾਂਗੜਾ ਇਸ ਰਾਜੇ ਦੀ ਰਾਜਧਾਨੀ ਹੈ। ਕਿਰਪਾਲ ਚੰਦ ਨਾਮ ਦਾ ਜਿਹੜਾ ਰਾਜਾ ਹੈ ਨਾ, ਇਹਦੀ ਕਾਂਗੜ ਜਿਹੜੀ ਰਿਆਸਤ ਹੈ, ਕਾਂਗੜ ਰਾਜਧਾਨੀ ਬਣਾ ਕੇ ਇਹ ਰਾਜ ਕਰਦਾ ਹੈ। ਭੀਮ ਚੰਦ ਕੇ ਢਿਗਿਓ ਕਰ ਬੰਧਨ ਬੈਸਾ। ਇੱਕ ਦਿਨ ਇਹ ਕਟੋਚੀਆ ਰਾਜਾ ਜਿਹੜਾ ਨਾ ਭੀਮ ਚੰਦ ਦੇ ਕੋਲ ਗਿਆ, ਸਲਾਮ ਕਰਕੇ ਕੋਲ ਬੈਠਾ ਹੈ। ਕਹਿਤ ਪਇਓ ਰਾਜੇ ਸੁਨਿਓ ਗੁਰ ਕੀਨਸ ਦਵੈਸ਼ਾ। ਉਸ ਵੇਲੇ ਇਹਨੇ ਜਾ ਕੇ ਗੱਲ ਕੀਤੀ, ਕਹਿਣ ਲੱਗਾ ਵੀ ਰਾਜਨ ਮੈਂ ਸੁਣਿਆ ਵੀ ਤੁਹਾਡੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੜੀ ਈਰਖਾ ਕਰਦੇ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਕਿਸੇ ਨਾਲ ਈਰਖਾ ਕਰਦੇ ਨਹੀਂ ਨਾ, ਉਹ ਤੇ ਸਾਰਿਆਂ ਦੇ ਨਾਲ ਹੀ ਬਰਾਬਰ ਹੀ ਰਹਿੰਦੇ। ਈਰਖਾ ਤੇ ਸਾਡੀ ਹੈ, ਈਰਖਾ ਤੇ ਮਨੁੱਖ ਦੀ ਹੁੰਦੀ ਹੈ। ਪਰਮਾਤਮਾ ਤੇ ਨਿਰਭਉ ਨਿਰਵੈਰ ਹੈ, ਨਾ ਉਹ ਕਿਸੇ ਤੋਂ ਡਰਦੇ ਨਾ ਕਿਸੇ ਨਾਲ ਵੈਰ ਕਰਦੇ। ਵੈਰ ਬਰਾਬਰ ਦੇ ਨਾਲ ਹੁੰਦਾ, ਈਰਖਾ ਵੀ ਬਰਾਬਰ ਦੇ ਨਾਲ ਹੁੰਦੀ ਹੈ। ਪਰਮਾਤਮਾ ਦੇ ਬਰਾਬਰ ਤੇ ਹੈ ਹੀ ਕੋਈ ਨਹੀਂ, ਉਹਦੇ ਨਾਲ ਈਰਖਾ ਵੀ ਕਿਸੇ ਨੇ ਕੀ ਕਰਨੀ ਤੇ ਵੈਰ ਵੀ ਕਿਸੇ ਨੇ ਕੀ ਕਰ ਲੈਣਾ। ਪਰ ਦੁਨੀਆ ਦੇ ਲੋਕ ਆਪਣੇ ਆਪ ਨੂੰ ਰੱਬ ਦੇ ਬਰਾਬਰ ਸਮਝਦੇ, ਤਾਂ ਆਪਾਂ ਕਈ ਵਾਰੀ ਇਹ ਰੱਬ ਦੇ ਨਾਲ ਝਗੜਾ ਵੀ ਕਰ ਲੈਂਦੇ ਵੀ ਮੇਰਾ ਆਹ ਨਹੀਂ ਮੰਨਿਆ ਗਿਆ, ਕਹਿਣਾ ਮੇਰਾ ਆਹ ਕੰਮ ਨਹੀਂ ਹੋਇਆ ਤੇ ਮੈਂ ਤੇ ਗੁਰੂ ਮੰਨਣਾ ਛੱਡ ਦੇਣਾ। ਈਰਖਾ ਔਰ ਵਿਰੋਧ ਬਰਾਬਰ ਦੇ ਨਾਲ ਹੁੰਦਾ ਹੈ। ਗੁਰੂ ਨਾਲ ਨਾ ਈਰਖਾ ਨਾ ਵਿਰੋਧ, ਕਿਉਂਕਿ ਗੁਰੂ ਤੇ ਸਰਬੱਗ ਹੈ ਨਾ, ਸਮਰੱਥ ਹੈ। ਅਸੀਂ ਤੁੱਛ ਹਾਂ, ਪਰ ਫਿਰ ਵੀ ਬੰਦਾ ਰੱਬ ਦੇ ਬਰਾਬਰ ਆਪਣੇ ਆਪ ਨੂੰ ਸਮਝਦਾ ਹੈ। ਰੋ ਵਿਚਾਰ
ਇਹ ਜਿਹੜਾ ਰਾਜਾ ਆਇਆ ਨਾ, ਇਹ ਆ ਕੇ ਪੁੱਛਣ ਲੱਗਾ ਭੀਮ ਚੰਦ ਨੂੰ, ਕਹਿਣ ਲੱਗਾ ਜੀ ਮੈਨੂੰ ਪਤਾ ਲੱਗਿਆ ਵੀ ਮਹਾਰਾਜ ਤੁਹਾਡੇ ਨਾਲ ਬੜੀ ਈਰਖਾ ਕਰਦੇ ਹਨ। ਨਹ ਆਸ਼ੀ ਮਾਨੀ ਹਿਰਦੈ ਤੁਮ ਪਾਸ ਪਠਾਵਾ। ਤੁਸੀਂ ਕਈ ਵਾਰੀ ਉਹਨਾਂ ਦੇ ਕੋਲ ਆਪਣਾ ਇੱਕ ਬੰਦਾ ਭੇਜਿਆ, ਪਰ ਤੁਹਾਡੀ ਇੱਕ ਵੀ ਗੱਲ ਨਹੀਂ ਮੰਨੀ, ਬੜੀ ਮਾੜੀ ਗੱਲ ਹੈ। ਤੁਹਾਡਾ ਕਹਿਣਾ ਮੰਨਣਾ ਚਾਹੀਦਾ, ਕਿਉਂਕਿ ਕਈਆਂ ਲੋਕਾਂ ਨੂੰ ਆਦਤ ਹੁੰਦੀ ਹੈ ਚੁਗਲੀ ਲਾਉਣ ਦੀ, ਫੂਕ ਦੇਣ ਦੀ, ਇੱਕ ਪਾਸਿਓਂ ਹੋਰ ਗੱਲਾਂ ਕਰਕੇ ਅੱਗ ਨੂੰ ਚੰਗਾ ਵਧਾਉਣ ਦੀ। ਇਹ ਉਸੇ ਕੰਮ ਵਾਸਤੇ ਆਇਆ। ਕਹਿਣ ਲੱਗਾ ਮੈਨੂੰ ਪਤਾ ਲੱਗਿਆ ਸੀ ਵੀ ਤੁਹਾਡਾ ਕਹਿਣਾ ਗੁਰੂ ਗੋਬਿੰਦ ਸਿੰਘ ਨੇ ਮੰਨਿਆ ਨਹੀਂ ਹੈ। ਸਤਿਗੁਰ ਜੋਰਾਵਰ ਮਹਾ ਡਰ ਕੇ ਤੂੰ ਨਾ ਪਾਵਾ। ਸਤਿਗੁਰੂ ਪਾਤਸ਼ਾਹ ਇਸ ਵੇਲੇ ਬੜੇ ਜ਼ੋਰਾਵਰ ਨੇ। ਜੇ ਹੁਣੇ ਹੀ ਆਪਾਂ ਉਹਨਾਂ ਦੀ ਤਾਕਤ ਨੂੰ ਨਾ ਦਬਾਇਆ ਤੇ ਕੱਲ੍ਹ ਨੂੰ ਦਬਾਏ ਨਹੀਂ ਜਾਣੇ। ਹਲੇ ਜੰਗ ਹੋਇਆ ਨਹੀਂ, ਪਰ ਪਹਾੜੀ ਰਾਜਿਆਂ ਵਿੱਚ ਪਹਿਲਾਂ ਹੀ ਡਰ ਹੈ ਵੀ ਜੇ ਹੁਣ ਨਾ ਮਹਾਰਾਜ ਦਬਾਏ ਗਏ, ਡਰਾਏ ਨਾ ਗਏ, ਤੇ ਇਹਨਾਂ ਨੇ ਬਾਅਦ ਵਿੱਚ ਡਰਨਾ ਨਹੀਂ। ਇਹ ਕਾਂਗੜ ਦਾ ਰਾਜਾ ਕਹਿ ਰਿਹਾ ਭੀਮ ਚੰਦ ਨੂੰ, ਕਹਿਣ ਲੱਗਾ ਰਾਜਨ ਮਹਾਰਾਜ ਇਸ ਵੇਲੇ ਬੜੇ ਜ਼ੋਰਾਵਰ ਹੋ ਗਏ ਨੇ। ਇਸ ਵੇਲੇ ਉਹਨਾਂ ਕਿਸੇ ਦੇ ਕੋਲੋਂ ਵੀ ਉਹ ਡਰਦੇ ਨਹੀਂ ਹਨ। ਜੇ ਤੁਮ ਕਰੋ ਸੰਗਰਾਮ ਨਹਿ ਬੜੇ ਅਵਗੁਣ ਹੋਵੇ। ਇਹ ਕਹਿ ਰਿਹਾ ਭੀਮ ਚੰਦ ਨੂੰ, ਭੀਮ ਚੰਦ ਜੀ ਜੇ ਹੁਣ ਤੁਸੀਂ ਫੌਜ ਨਾ ਚੜਾਈ 10ਵੇਂ ਪਾਤਸ਼ਾਹ ਦੇ ਉੱਪਰ, ਤੇ ਇਹ ਕੱਲ੍ਹ ਨੂੰ ਕੰਮ ਵਿਗੜ ਜਾਣਾ, ਆਪਣੇ ਤੋਂ ਸੂਤਰ ਕੋਈ ਨਹੀਂ ਆਉਣਾ। ਇਸ ਕਰਕੇ ਮਹਾਰਾਜ ਨੂੰ ਡਰਾਉਣ ਵਾਸਤੇ ਫੌਜਾਂ ਚੜ੍ਹਦੀਆਂ ਕਰੋ ਜੀ। ਗੁਰੂ ਨਿਕਾਸੋ ਦੇਸ਼ ਤੇ ਤਬ ਸੁਖ ਕਰ ਸੋਵੈ। ਇਹਨਾਂ ਨੂੰ ਆਪਾਂ ਕੱਢ ਦਈਏ, ਅਨੰਦਪੁਰ ਸਾਹਿਬ ਦੇ ਵਿੱਚੋਂ ਕੱਢ ਕੇ ਦੂਰ ਭਜਾ ਦਈਏ, ਕਿਤੇ ਪਰੇ ਚਲੇ ਜਾਣ, ਸਾਨੂੰ ਨਾ ਕੱਲ੍ਹ ਨੂੰ ਦੁੱਖ ਦੇਣ। ਅਨੰਦਪੁਰ ਸਾਹਿਬ ਦੇ ਵਿੱਚੋਂ ਕੱਢਣ ਦਾ ਕਾਰਨ ਇਹ ਹੈ ਪਹਾੜੀ ਰਾਜਿਆਂ ਦਾ, ਵੀ ਕੱਲ੍ਹ ਨੂੰ ਕਿਤੇ ਸਾਡੇ ਰਾਜ ਭਾਗ ਦੇ ਉੱਪਰ ਆ ਕੇ ਕਬਜ਼ਾ ਨਾ ਕਰ ਦੇਣ। ਤਾਂ ਇਹ ਵਾਰ-ਵਾਰ ਕਹਿੰਦੇ ਸਨ ਵੀ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ। ਕਦੇ ਆਟੇ ਦੀ ਗਊ ਬਣਾ ਕੇ ਭੇਜਦੇ, ਕਦੇ ਕੁਝ ਭੇਜਦੇ ਵੀ ਅਨੰਦਪੁਰ ਤੋਂ ਦੂਰ ਚਲੇ ਜਾਓ, ਸਾਨੂੰ ਤੁਹਾਡੇ ਤੋਂ ਡਰ ਲੱਗਦਾ। ਸੋ ਰੋ ਵਿਚਾਰ ਕਹਿਣ ਲੱਗੇ ਵੀ ਸਤਿਗੁਰਾਂ ਨੂੰ ਆਪਾਂ ਇੱਥੋਂ ਕੱਢ ਕੇ ਦੂਰ ਭੇਜੀਏ, ਨਹੀਂ ਤੇ ਇਹ ਆਉਣ ਵਾਲੇ ਸਮੇਂ ਵਿੱਚ ਦੁਖਦਾਈ ਹੋ ਸਕਦੇ ਹਨ। ਨਾ ਤੇ ਉਠਾਏ ਉਤਪਾਤ ਕੋ ਦੇ ਪਰਜ ਉਜ਼ਾਰੀ। ਕਿਤੇ ਇਹ ਮਹਾਰਾਜ ਸਾਹਿਬ ਜੀ ਉਤਪਾਤ ਹੀ ਨਾ ਕਰ ਦੇਣ, ਝਗੜਾ ਹੀ ਨਾ ਕਰ ਦੇਣ, ਤੇ ਸਾਡਾ ਵਸਿਆ ਵਸਾਇਆ ਦੇਸ਼, ਸਾਡੀ ਪ੍ਰਜਾ ਨੂੰ ਕਿਤੇ ਮਹਾਰਾਜ ਉਜਾੜ ਨਾ ਦੇਣਾ ਕਰਨ। ਇਸ ਕਰਕੇ ਮਹਾਰਾਜ ਨੂੰ ਛੇਤੀ ਇੱਥੋਂ ਕੱਢਣਾ ਕਰੀਏ। ਵਿੱਚ ਰਹਿ ਨਿਤ ਪ੍ਰਤ ਚਮੂ ਗਨਿਆਤ ਸਵੈ ਸ਼ੁਮਾਰੀ। ਮੈਂ ਇਹ ਗੱਲ ਸੁਣੀ ਹੈ ਵੀ ਮਹਾਰਾਜ ਫੌਜਾਂ ਦੇ ਨਾਲ ਇੱਧਰ ਉੱਧਰ ਕਦੇ ਜੰਗਲਾਂ ਦੇ ਵਿੱਚ ਵਿਚਰਦੇ ਹਨ। ਦੁਆ ਨਿਰਪ ਹੋਏ ਇੱਕ ਦੇਸ਼ ਮੈਂ ਕਿਉਂ ਮਚਾ ਨਾ ਰੌਰਾ। ਇਹ ਚੁੱਕਣਾ ਦੇ ਰਿਹਾ, ਇਹਦਾ ਕੰਮ ਹੀ ਇਹ ਹੈ। ਕਹਿਣ ਲੱਗਾ ਵੀ ਜਿਸ ਰਾਜ ਦੇ ਵਿੱਚ ਦੋ ਰਾਜੇ ਹੋਣ ਨਾ, ਉੱਥੇ ਝਗੜਾ ਅੱਜ ਵੀ ਪੈਣਾ ਤੇ ਕੱਲ੍ਹ ਵੀ ਪੈਣਾ। ਇੱਕ ਰਾਜੇ ਨੇ ਕਹਿਣਾ ਮੇਰਾ ਹੁਕਮ ਚੱਲੇ, ਮੇਰਾ ਰਾਜ ਹੈ। ਦੂਜੇ ਨੇ ਕਹਿਣਾ ਵੀ ਮੇਰਾ ਹੁਕਮ ਚੱਲੇ। ਹੁਣ ਜਦੋਂ ਦੋ ਹੁਕਮ ਚਲਾਉਣਗੇ ਤੇ ਗੱਲ ਬਣੇਗੀ ਨਹੀਂ ਨਾ, ਫਿਰ ਤੇ ਝਗੜਾ ਬਣੇਗਾ ਨਾ, ਕਲੇਸ਼ ਬਣੇਗਾ। ਕਹਿਣ ਲੱਗੇ ਵੀ ਇਸ ਤਰ੍ਹਾਂ ਰਾਜੇ ਜਿਹੜੇ ਨੇ ਉਹ ਇੱਕ ਰਾਜ ਵਿੱਚ ਇੱਕੋ ਹੀ ਰਾਜਾ ਹੁੰਦਾ, ਜੇ ਦੋ ਰਾਜੇ ਹੋ ਜਾਣ ਤੇ ਝਗੜਾ ਪੈ ਜਾਂਦਾ ਹੈ। ਭੀਮ ਚੰਦ ਤੂੰ ਰਾਜਾ ਹੈ ਤੇ ਗੁਰੂ ਗੋਬਿੰਦ ਸਿੰਘ ਵੀ ਆਪਣੇ ਆਪ ਨੂੰ ਰਾਜਾ ਹੀ ਸਮਝਦੇ ਪਏ। ਜੇ ਹੁਣ ਨਾ ਤੂੰ ਕਾਬੂ ਕੀਤਾ ਤੇ ਫਿਰ ਇਹਨਾਂ ਨੇ ਤੇਰੇ ਕਾਬੂ ਨਹੀਂ ਆਉਣਾ ਹੈ। ਅੰਧੇਰਾ ਜਗਤ ਮੈਂ ਰਵ ਸੱਸ ਇੱਕ ਠੌਰਾ। ਕਹਿਣ ਲੱਗੇ ਜੇ ਚੰਦਰਮਾ ਤੇ ਸੂਰਜ ਇਕੱਠੇ ਹੋ ਜਾਣ ਤੇ ਸੰਸਾਰ ਵਿੱਚ ਹਨੇਰਾ ਹੋ ਜਾਏਗਾ। ਕਿਉਂ? ਕਿਉਂਕਿ ਸੂਰਜ ਦਾ ਕੰਮ ਹੈ ਦਿਨੇ ਰੌਸ਼ਨੀ ਕਰਨਾ, ਚੰਦਰਮਾ ਦਾ ਕੰਮ ਹੈ ਰਾਤ ਨੂੰ। ਪਰ ਜੇ ਦੋਨੇ ਇਕੱਠੇ ਹੋ ਜਾਣ, ਇੱਕੋ ਸਮੇਂ ਚੜ੍ਹ ਪੈਣ, ਇੱਕੋ ਸਮੇਂ ਛਿਪ ਜਾਣ, ਤੇ ਫਿਰ ਤੇ ਹਨੇਰਾ ਹੋ ਜਾਏਗਾ ਨਾ। ਕਹਿਣ ਲੱਗੇ ਜਿਸ ਤਰ੍ਹਾਂ ਚੰਦਰਮਾ ਤੇ ਸੂਰਜ ਦੋਨੇ ਇਕੱਠੇ ਨਹੀਂ ਹੋ ਸਕਦੇ, ਇਸੇ ਤਰ੍ਹਾਂ ਇੱਕ ਰਾਜ ਵਿੱਚ ਦੋ ਰਾਜੇ ਵੀ ਇਕੱਠੇ ਨਹੀਂ ਰਹਿ ਸਕਦੇ ਹਨ। ਕਾਨਨ ਮੈਂ ਇੱਕ ਕਿਹਰੀ ਸੁਨ ਕਾਨਨ ਨਾਦਾ। ਕਹਿਣ ਲੱਗੇ ਵੀ ਜੰਗਲ ਦੇ ਵਿੱਚ ਰਾਜਾ ਇੱਕੋ ਹੀ ਹੁੰਦਾ, ਜਿਸ ਨੂੰ ਬੱਬਰ ਸ਼ੇਰ ਕਿਹਾ ਜਾਂਦਾ। ਸ਼ੇਰ ਇੱਕ ਹੁੰਦਾ ਜਿਹੜਾ ਜੰਗਲ ਦਾ ਰਾਜਾ ਹੁੰਦਾ। ਜੰਗਲ ਦੇ ਵਿੱਚ ਦੋ ਸ਼ੇਰ ਵਾਸਾ ਨਹੀਂ ਕਰਦੇ, ਉਹਨਾਂ ਦੋਵਾਂ ਸ਼ੇਰਾਂ ਨੂੰ ਆਪਸ ਵਿੱਚ ਜੰਗ ਕਰਨਾ ਪੈਂਦਾ। ਇੱਕ ਨੂੰ ਜੰਗਲ ਛੱਡਣਾ ਪੈਂਦਾ ਜਾਂ ਮਰਨਾ ਪੈਂਦਾ, ਤੇ ਦੂਜਾ ਉਸ ਜੰਗਲ ਦੇ ਉੱਪਰ ਰਾਜ ਕਰਦਾ। ਜੰਗਲ ਦੇ ਵਿੱਚ ਇੱਕ ਸ਼ੇਰ ਦਾ ਰਾਜ ਹੁੰਦਾ ਹੈ। ਕਰੇ ਨਿਕਾਸਨ ਦੂਸਰੋ ਸਹਿ ਸਕੈ ਨਾ ਬਾਦਾ। ਰਾਜਾ ਕਦੇ ਵੀ ਦੂਜੇ ਸ਼ੇਰ ਨੂੰ ਸਹਿ ਨਹੀਂ ਸਕਦਾ। ਇੱਕ ਜਿਹੜਾ ਜੰਗਲ ਦੇ ਵਿੱਚ ਮੌਜੂਦ ਰਾਜਾ ਨਾ, ਦੂਜੇ ਰਾਜੇ ਨੂੰ ਆਪਣੇ ਜੰਗਲ ਵਿੱਚ ਉਹ ਸਹਿੰਦਾ ਨਹੀਂ। ਜਾਂ ਤੇ ਉਹਦੇ ਨਾਲ ਜੰਗ ਕਰਕੇ ਲੜ ਕੇ ਉਹਨੂੰ ਭਜਾਵੇਗਾ, ਜਾਂ ਫਿਰ ਉਹਨੂੰ ਜਾਨੋਂ ਮਾਰੇਗਾ। ਜੰਗਲ ਦੇ ਵਿੱਚ ਇੱਕ ਰਾਜਾ ਹੁੰਦਾ, ਇੱਕ ਸ਼ੇਰ ਰਹਿੰਦਾ ਹੈ। ਇਸੇ ਤਰ੍ਹਾਂ ਰਾਜ ਦੇ ਵਿੱਚ ਵੀ ਇੱਕੋ ਹੀ ਰਾਜਾ ਹੁੰਦਾ, ਦੋ ਰਾਜੇ ਇੱਕ ਰਾਜ ਨਹੀਂ ਕਰਦੇ ਹਨ। ਦੁਐ ਪਤ ਹੋਏ ਨਾ ਭਾਰ ਜਾ ਤੇ ਮੈਂ ਅਵਨੀ ਰਾਜਾ। ਕਹਿਣ ਲੱਗੇ ਇਸੇ ਤਰ੍ਹਾਂ ਪਤਨੀ ਦਾ ਪਤੀ ਵੀ ਇੱਕੋ ਹੀ ਹੁੰਦਾ। ਕਿਸੇ ਪਤਨੀ ਦੇ ਦੋ ਪਤੀ ਨਹੀਂ ਹੁੰਦੇ, ਪਤੀ ਇੱਕੋ ਹੀ ਹੁੰਦਾ ਹੈ ਪਤਨੀ ਦਾ। ਕਹਿਣ ਲੱਗੇ ਜਿਵੇਂ ਇਸਤਰੀ ਦਾ ਪਤੀ ਇੱਕ ਹੁੰਦਾ ਹੈ, ਇਸੇ ਤਰ੍ਹਾਂ ਰਾਜ ਦੇ ਵਿੱਚ ਰਾਜਾ ਵੀ ਇੱਕੋ ਹੀ ਹੁੰਦਾ, ਦੋ ਰਾਜੇ ਨਹੀਂ ਹੁੰਦੇ। ਇਹ ਉਦਾਹਰਨਾਂ ਨੇ ਦੁਨੀਆ ਦੀਆਂ ਜਿਹੜੀਆਂ ਸਮਝਣ ਵਾਸਤੇ ਵੀ ਜੰਗਲ ਵਿੱਚ ਸ਼ੇਰ ਇੱਕੋ ਹੀ ਹੁੰਦਾ,
ਅਤੇ ਇਸ ਤਰ੍ਹਾਂ ਚੰਦਰਮਾ ਤੇ ਸੂਰਜ ਕਦੇ ਇਕੱਠੇ ਨਹੀਂ ਹੋ ਸਕਦੇ। ਇਸਤਰੀ ਦਾ ਪਤੀ ਇੱਕੋ ਹੀ ਹੁੰਦਾ, ਦੋ ਨਹੀਂ ਹੋ ਸਕਦੇ। ਇਸੇ ਤਰ੍ਹਾਂ ਰਾਜ ਦੇ ਵਿੱਚ ਰਾਜਾ ਵੀ ਇੱਕੋ ਹੀ ਹੁੰਦਾ, ਦੋ ਰਾਜੇ ਨਹੀਂ ਹੁੰਦੇ ਹਨ। ਜੇ ਮਿਲ ਜਾਹੇ ਕਦਾਚਿਤੀ ਬਿਗੜੈ ਸਭ ਕਾਜਾ। ਪਰ ਜੇ ਕਰਕੇ ਮੰਨ ਲਓ ਵੀ ਇਹ ਸਾਰਾ ਕੁਝ ਮਿਲ ਜਾਵੇ, ਜੇ ਮਿਲ ਜਾਹੇ ਕਦਾਚਿਤੀ, ਮੰਨ ਲਓ ਵੀ ਦੋ ਜੰਗਲ ਵਿੱਚ ਸ਼ੇਰ ਇਕੱਠੇ ਹੋ ਜਾਣ ਤੇ ਉੱਥੇ ਜੰਗ ਹੋਵੇਗਾ। ਚੰਦਰਮਾ ਤੇ ਸੂਰਜ ਇਕੱਠੇ ਹੋ ਜਾਣ ਤੇ ਹਨੇਰਾ ਹੋਵੇਗਾ ਹੀ ਹੋਵੇਗਾ। ਤੇ ਜੇ ਇੱਕ ਬੀਬੀ ਦੇ ਦੋ ਪਤੀ ਬਣ ਜਾਣ ਤੇ ਉੱਥੇ ਵੀ ਝਗੜਾ ਹੋਵੇਗਾ ਹੀ ਹੋਵੇਗਾ। ਇਹ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਇਸੇ ਤਰ੍ਹਾਂ ਭਾਈ ਰਾਜ ਵਿੱਚ ਰਾਜਾ ਤੇ ਕੰਮ ਇੱਕੋ ਹੀ ਕਰਦਾ, ਦੋ ਰਾਜੇ ਇਕੱਠੇ ਹੋਣਗੇ ਨਾ ਉੱਥੇ ਕਲੇਸ਼ ਪੈਣਾ ਹੀ ਪੈਣਾ ਹੈ। ਜਬ ਲਗ ਆਪਣੇ ਓਜ ਮੈਂ ਹੋਏ ਨਾ ਬੜ ਗਾਡੇ। ਅਸੀਂ ਇਹ ਵਿਚਾਰ ਕਰੀਏ ਜਿੰਨਾ ਚਿਰ 10ਵੇਂ ਪਾਤਸ਼ਾਹ ਦੀ ਤਾਕਤ ਵਧਣੀ ਹੈ ਨਾ ਉਸ ਤੋਂ ਪਹਿਲਾਂ ਦਬਾ ਲਈਏ। ਤੇ ਜੇ ਤਾਕਤ ਉਹਨਾਂ ਦੀ ਵੱਧ ਗਈ ਫਿਰ ਦਬਾਇਆ ਨਹੀਂ ਜਾਣਾ, ਫਿਰ ਨਹੀਂ ਆਪਾਂ ਜਿੱਤ ਸਕਦੇ। ਅਜੇ ਉਹਨਾਂ ਕੋਲ ਇੰਨੀ ਤਾਕਤ ਨਹੀਂ ਵੀ ਉਹ ਆਪਣਾ ਮੁਕਾਬਲਾ ਕਰ ਸਕਣ। ਇਸ ਕਰਕੇ ਉਹਨਾਂ ਕੋਲ ਤਾਕਤ ਵਧੇ, ਜ਼ੋਰ ਵਧੇ, ਤੂੰ ਪਹਿਲਾਂ ਆਪਣੀਆਂ ਫੌਜਾਂ ਲੈ ਕੇ ਤੇ ਮਹਾਰਾਜ ਦੇ ਉੱਪਰ ਚੜ੍ਹਾਈ ਕਰਨਾ ਕਰ। ਤਬ ਲਗ ਮਨ ਹੈ ਉਪਾਏ ਕੁਛ ਦਿਓ ਤਾਂਤੇ ਕਾਢੇ। ਇਸ ਕਰਕੇ ਉਹਨਾਂ ਚਿਰ ਆਪਾਂ ਨੂੰ ਕੁਝ ਕਰਨਾ ਚਾਹੀਦਾ ਤੇ ਮਹਾਰਾਜ ਨੂੰ ਕੱਢੀਏ ਅਨੰਦਪੁਰ ਸਾਹਿਬ ਦੇ ਵਿੱਚੋਂ, ਦੂਰ ਭਜਾ ਦਈਏ। ਇਹਦੇ ਵਿੱਚ ਆਪਣਾ ਭਲਾ ਹੈ। ਹਮ ਸੰਗੀ ਤੇਰੇ ਅਹਿ ਚਹੀਆ ਲੈ ਸੈਨਾ। ਇਹ ਰਾਜਾ ਸਲਾਹ ਦਿੰਦਾ ਪਿਆ, ਕਹਿਣ ਲੱਗੇ ਭੀਮ ਚੰਦ ਮੈਂ ਤੇਰੀ ਬੜੀ ਚੰਗੀ ਚਾਹੁੰਦਾ, ਤੇਰਾ ਭਲਾ ਚਾਹੁੰਦਾ, ਮੈਂ ਤੇਰੀ ਮਦਦ ਕਰਨ ਵਾਸਤੇ ਵੀ ਤਿਆਰ ਹਾਂ। ਜੇ ਤੈਨੂੰ ਮੇਰੀ ਫੌਜ ਚਾਹੀਦੀ ਹੈ ਨਾ, 5000 ਸਿਪਾਹੀ, 10,000 ਸਿਪਾਹੀ, ਹਾਥੀ ਚਾਹੀਦੇ, ਘੋੜੇ ਚਾਹੀਦੇ, ਅਸਲਾ ਚਾਹੀਦਾ, ਮੈਂ ਦੇਣ ਵਾਸਤੇ ਤਿਆਰ ਹਾਂ। ਤੂੰ 10ਵੇਂ ਗੁਰੂ ਨਾਲ ਜੰਗ ਕਰ ਤੇ ਜੰਗ ਕਰਕੇ ਮਹਾਰਾਜ ਨੂੰ ਕੱਢ ਇੱਥੋਂ ਬਾਹਰ। ਮੇਰੀ ਮਦਦ ਦੀ ਲੋੜ ਹੋਵੇ ਤੇ ਮੈਂ ਮਦਦ ਦੇਣ ਵਾਸਤੇ ਤਿਆਰ ਹਾਂ। ਤਉ ਨਾ ਢਿਗ ਗੁਰ ਭਟ ਬਹੁਤ ਤੁਮ ਸੰਸਰ ਹੈ ਨਾ। ਸਤਿਗੁਰੂ ਪਾਤਸ਼ਾਹ ਦੇ ਕੋਲ ਇਸ ਵੇਲੇ ਬਹੁਤੀ ਵੱਡੀ ਫੌਜ ਨਹੀਂ, ਤੇਰੇ ਕੋਲ ਵੱਡੀ ਫੌਜ ਹੈ। ਪਰ ਫਿਰ ਵੀ ਜੇ ਤੈਨੂੰ ਲੱਗਦਾ ਨਾ ਵੀ ਮੇਰੀ ਮਦਦ ਦੀ ਲੋੜ ਹੈ, ਮੈਂ ਤੇਰੀ ਮਦਦ ਕਰਨ ਵਾਸਤੇ। ਇਹ ਜਿਹੜਾ ਰਾਜਾ ਹੈ ਨਾ ਕਟੋਚੀਆ, ਜਿਸ ਦੀ ਕਾਂਗੜਾ ਰਿਆਸਤ ਹੈ, ਇਹ ਭੀਮ ਚੰਦ ਨੂੰ ਕਹਿ ਰਿਹਾ ਵੀ ਤੂੰ ਮਹਾਰਾਜ ਨੂੰ ਜੰਗ ਕਰਕੇ ਇੱਥੋਂ ਕੱਢਣਾ ਕਰ। ਇਹ ਕਦੀਮੀ ਬੜਨ ਤੇ ਇਨ ਸੈਲਨ ਰਾਜੇ। ਸੋ ਕਹਿਣ ਲੱਗੇ ਵੀ ਇਹ ਕਦੀਮੀ ਤੋਂ ਭਾਵ ਹੁੰਦਾ ਸ਼ੁਰੂ ਤੋਂ ਲੈ ਕੇ, ਕਹਿਣ ਲੱਗੇ ਸ਼ੁਰੂ ਤੋਂ ਲੈ ਕੇ ਆਪਣੇ ਦਾਦੇ ਪੜਦਾਦੇ ਪਿੱਛੇ ਨੂੰ ਚਲੇ ਜਾਈਏ, ਉਹ ਸਾਰੇ ਇਹਨਾਂ ਪਹਾੜਾਂ ਵਿੱਚ ਰਾਜ ਕਰਦੇ ਰਹੇ। ਜਿੱਥੇ ਆਪਣੇ ਪੜਦਾਦੇ ਨੇ ਰਾਜ ਕੀਤਾ, ਦਾਦੇ ਨੇ ਰਾਜ ਕੀਤਾ, ਪਿਤਾ ਨੇ ਰਾਜ ਕੀਤਾ, ਉੱਥੇ ਅੱਜ ਆਪਾਂ ਰਾਜ ਕਰਦੇ। ਇਹ ਰਾਜ ਭਾਗ ਅਸੀਂ ਛੱਡ ਕਿਵੇਂ ਦਈਏ? ਛੱਡਿਆ ਨਹੀਂ ਜਾ ਸਕਦਾ, ਕਿਉਂਕਿ ਇਹ ਸਾਡੇ ਵੱਡੇ ਵਡੇਰਿਆਂ ਦੀ ਮਲਕੀਅਤ ਹੈ। ਇੱਕ ਕੁਲ ਕੇ ਰਾਜਪੂਤ ਸਭ ਹਮ ਭਰਾਤ ਬਿਰਾਜੇ। ਫਿਰ ਅਸੀਂ ਸਾਰੇ ਇੱਕੇ ਕੁਲ ਦੇ ਹਾਂ, ਰਾਜਪੂਤ ਹਾਂ, ਰਾਜਪੂਤ ਆਪਾਂ ਰਾਜੇ ਹਾਂ, ਆਪਣਾ ਖਾਨਦਾਨ ਕਬੀਲਾ ਸਾਰਾ ਇੱਕੋ ਹੀ ਹੈ। ਜੇ ਅੱਜ ਔਖੇ ਸੌਖੇ ਟਾਈਮ ਤੇ ਆਪਾਂ ਇੱਕ ਦੂਜੇ ਦੇ ਨਾਲ ਨਾ ਖੜੇ ਤੇ ਫਿਰ ਕੌਣ ਖੜੇਗਾ? ਇਸ ਕਰਕੇ ਮੈਂ ਤੇਰੀ ਮਦਦ ਵਾਸਤੇ ਤਿਆਰ ਹਾਂ ਔਰ ਬਾਕੀ ਰਾਜੇ ਵੀ ਤੇਰੀ ਮਦਦ ਵਾਸਤੇ ਤਿਆਰ। ਤੂੰ ਜੇ ਜੰਗ ਕਰਨਾ ਚਾਹੁੰਦਾ ਮਹਾਰਾਜ ਦੇ ਨਾਲ ਤੇ ਛੇਤੀ ਦੇ ਨਾਲ ਫੌਜ ਲੈ ਕੇ ਹਮਲਾ ਕਰਨ ਦੀ ਤਿਆਰੀ ਕਰ। ਸੁਨਤ ਦੂਤ ਕੇ ਬਾਕ ਕੋਚਿਤ ਚਿੰਤ ਉਪਾਏ। ਕਹਿਣ ਲੱਗੇ ਵੀ ਇਹ ਗੱਲਾਂ ਸੁਣ ਕੇ ਨਾ ਤੇ ਰਾਜਾ ਜਿਹੜਾ ਨਾ ਮਨ ਵਿੱਚ ਉਹਦੇ ਚਿੰਤਾ ਵੱਧ ਗਈ ਹੈ। ਭੀਮ ਚੰਦ ਭਾਖਿਓ ਤਵੈ ਤੁਮ ਸਾਚ ਬਤਾਏ। ਉਸ ਵੇਲੇ ਭੀਮ ਚੰਦ ਕਹਿਣ ਲੱਗਾ ਵੀ ਗੱਲਾਂ ਤੇ ਵਾਕਿਆ ਹੀ ਐ ਮੇਰੇ ਗੁਆਂਢੀ ਰਾਜੇ ਤੇਰੀਆਂ ਬਿਲਕੁਲ ਗੱਲਾਂ ਠੀਕ ਨੇ ਵੀ ਇਸ ਵੇਲੇ ਮਹਾਰਾਜ ਕਮਜ਼ੋਰ ਤੇ ਆਪਾਂ ਤਾਕਤ ਵਾਲੇ। ਜੇ ਹੁਣ ਆਪਾਂ ਮਹਾਰਾਜ ਨੂੰ ਦਬਾ ਨਾ ਸਕੇ ਤੇ ਦਬਾਇਆ ਬਾਅਦ ਵਿੱਚ ਨਹੀਂ ਜਾਣਾ ਹੈ। ਨਹਿ ਆਲਸ ਇਸ ਬਾਤ ਕੋ ਮੇਰੇ ਮਨ ਮਾਹੀ। ਮੇਰੇ ਮਨ ਦੇ ਵਿੱਚ ਵੀ ਆਲਸ ਕੋਈ ਨਹੀਂ ਹੈ। ਮੈਂ ਕੋਈ ਦਲਿੱਦਰ ਪਾ ਕੇ ਨਹੀਂ ਬੈਠਾ ਵੀ ਚਲੋ ਕੱਲ੍ਹ ਨੂੰ ਲੜ ਲਾਂਗੇ, ਪਰਸੋਂ ਜੰਗ ਕਰਾਂਗੇ। ਨਹੀਂ, ਮੈਂ ਵੀ ਬੜਾ ਤਿਆਰ ਬਰ ਤਿਆਰ, ਬੜਾ ਮੇਰੇ ਮਨ ਵਿੱਚ ਵੀ ਗੁੱਸਾ ਹੈ। ਮੈਂ ਵੀ ਜੰਗ ਕਰਨੀ ਚਾਹੁੰਦਾ ਵੀ ਛੇਤੀ ਸਮਾਂ ਆਵੇ ਤੇ ਜੰਗ ਹੋਵੇ ਤੇ ਮਹਾਰਾਜ ਨੂੰ ਕੱਢੀਏ। ਮੈਂ ਤੇ ਪਹਿਲਾਂ ਇਹ ਗੱਲ ਕਰਨੀ ਚਾਹੁੰਦਾ ਹਾਂ। ਬਸ ਹੈ ਜੇ ਹੋਏ ਅਨੁਸਾਰ ਗੁਰ ਤੋਂ ਬਿਗੜੈ ਨਾਹੀ। ਜੇ ਸਤਿਗੁਰੂ ਸਾਡੇ ਕਹਿਣੇ ਵਿੱਚ ਆ ਜਾਣ, ਭਾਵ ਕਿ ਜੋ ਅਸੀਂ ਕਹੀਏ ਮਹਾਰਾਜ ਉਹ ਕਰਨ, ਫਿਰ ਤੇ ਨਾ ਮਹਾਰਾਜ ਦਾ ਕੁਝ ਵਿਗੜਨਾ ਤੇ ਨਾ ਆਪਣਾ ਵਿਗੜਨਾ। ਪਰ ਜੇ ਸਾਡਾ ਕਹਿਣਾ ਹੀ ਨਹੀਂ ਮੰਨਣਗੇ, ਆਪਣੀ ਮਰਜ਼ੀ ਮੁਤਾਬਕ ਚੱਲਣਗੇ ਤੇ ਫਿਰ ਉਹਨਾਂ ਨਾਲ ਜੰਗ ਸਾਨੂੰ ਕਰਨਾ ਪੈਣਾ ਹੈ। ਨਾਹੇ ਤਾਂ ਕਰ ਛਲ ਬਲ ਵੱਡੋ ਗੁਰਦੇਸ ਨਿਕਾਰੋ। ਮੈਂ ਭਾਵੇਂ ਗੁਰੂ ਨਾਲ ਛਲ ਕਰਾਂ, ਧੋਖਾ ਕਰਾਂ ਤੇ ਭਾਵੇਂ ਆਪਣੀ ਫੌਜ ਦੀ ਤਾਕਤ ਵਰਤਾਂ, ਮੈਂ ਗੁਰੂ ਨੂੰ ਕੱਢਾਂਗਾ ਜ਼ਰੂਰ ਆਪਣੀ ਰਿਆਸਤ ਵਿੱਚੋਂ। ਇਹ ਭੀਮ ਚੰਦ ਕਹਿ ਰਿਹਾ ਰਾਜਾ, ਕਹਿਣ ਲੱਗਾ ਵੀ ਗੁਰੂ ਨਾਲ ਮੈਨੂੰ ਛਲ ਕਰਨਾ ਪਵੇ, ਧੋਖਾ ਕਰਨਾ ਪਵੇ ਮੈਂ ਕਰਾਂਗਾ। ਗੁਰੂ ਨਾਲ ਮੈਨੂੰ ਫੌਜ ਦਾ ਜ਼ੋਰ ਵਰਤਣਾ ਪਵੇ ਉਹ ਵੀ ਮੈਂ ਵਰਤਾਂਗਾ, ਪਰ ਮਹਾਰਾਜ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਰਹਿਣ ਨਹੀਂ ਦੇਣਾ ਹੈ। ਇਮ ਕਹਿ ਰੁਖਸਤ ਕਰਿਓ ਮੈਂ ਆਪਨ ਵਿਚਾਰੋ। ਇਸ ਤਰ੍ਹਾਂ ਕਹਿ ਕੇ ਨਾ ਉਸ ਰਾਜੇ ਨੂੰ ਮੁੜਿਆ, ਕਹਿਣ ਲੱਗਾ ਵੀ ਠੀਕ ਹੈ, ਤੇਰੀ ਸਲਾਹ ਮੈਨੂੰ ਬੜੀ ਚੰਗੀ ਲੱਗੀ ਹੈ ਤੇ ਤੂੰ ਹੁਣ ਮੈਨੂੰ ਮਿਲਿਆ ਤੇ ਤੁਸੀਂ ਆਪਣੇ ਘਰ ਨੂੰ ਜਾਓ।
ਹੁਣ ਮੈਂ ਵਿਚਾਰ ਕਰਾਂਗਾ ਆਪਣੇ ਮਨ ਵਿੱਚ ਵੀ ਮੈਂ ਕਰਨਾ ਕੀ ਹੈ, ਕਿਉਂਕਿ ਫੌਜ ਚਾੜ ਦੇਣੀ ਏਡੀ ਛੇਤੀ, ਉਹਦੇ ਵਾਸਤੇ ਪਹਿਲਾਂ ਸੋਚਣਾ ਪੈਣਾ ਵੀ ਖਰਚਾ ਕਿੰਨਾ ਹੋਵੇਗਾ, ਲੜਾਈ ਕਿਵੇਂ ਹੋਵੇਗੀ, ਪਹਿਲਾਂ ਸਾਰੀ ਵਿਉਂਤਬੰਦੀ ਬਣਾਉਣੀ ਪੈਣੀ ਹੈ, ਫਿਰ ਫੌਜਾਂ ਹਮਲਾ ਕਰਨਗੀਆਂ। ਮੈਂ ਸਾਰੀ ਵਿਉਂਤਬੰਦੀ ਬਣਾ ਲਵਾਂ, ਮੈਂ ਕੀ ਕਰਨਾ ਹੈ ਇਹ ਮੈਨੂੰ ਸੋਚ ਲੈਣ ਦਿਓ। ਤੁਸੀਂ ਆਪੋ ਆਪਣਿਆਂ ਰਾਜਾਂ ਦੇ ਵਿੱਚ ਆਪੋ ਆਪਣੀਆਂ ਰਿਆਸਤਾਂ ਵਿੱਚ ਜਾਣਾ ਕਰੋ। ਕਰੀ ਜਨਾਬ ਨ ਜਾਏ ਕਰ ਸੁਨ ਭੂਪ ਕਿਰਪਾਲਾ। ਕਹਿਣ ਲੱਗੇ ਵੀ ਇਸ ਤਰ੍ਹਾਂ ਸੁਣ ਕੇ ਗੱਲਬਾਤ, ਤੇ ਉਸ ਵੇਲੇ ਇਹ ਸਾਰੇ ਆਪੋ ਆਪਣੇ ਥਾਵਾਂ ਤੇ ਚਲੇ ਗਏ। ਇੱਕ ਵਕੀਲ ਗੁਰ ਢਗ ਬਟਿਓ ਆਇਓ ਤਤਕਾਲ। ਉਸ ਵੇਲੇ ਕਹਿਣ ਲੱਗੇ ਵੀ ਇੱਕ ਵਕੀਲ ਨਾ ਸਰਕਾਰੀ ਆਦਮੀ ਰਾਜੇ ਨੇ ਹੁਣ 10ਵੇਂ ਪਾਤਸ਼ਾਹ ਮਹਾਰਾਜ ਦੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਭੇਜਿਆ ਹੈ। ਲੱਗਿਓ ਜਬੈ ਦਰਬਾਰ ਸੁਨ ਚਲ ਗਇਓ ਸਮੀਪਾ। ਉਸ ਵੇਲੇ ਜਦੋਂ ਮਹਾਰਾਜ ਦਾ ਦਰਬਾਰ ਲੱਗਿਆ ਸੀ ਨਾ, ਉਸ ਵੇਲੇ ਮਹਾਰਾਜ ਨੂੰ ਬੈਠਿਆਂ ਹੋਇਆਂ ਦਰਬਾਰ ਵਿੱਚ ਬੈਠ ਕੇ ਵੇਖ ਕੇ ਕਹਿਣ ਲੱਗੇ ਵੀ ਇਹ ਜਿਹੜਾ ਵਕੀਲ ਭੇਜਿਆ ਸਰਕਾਰੀ ਆਦਮੀ ਮਹਾਰਾਜ ਦੇ ਕੋਲ ਗਿਆ ਹੈ। ਨਮੋ ਕਰਤ ਕਹਿ ਪਠਿਓ ਮੋਹਿ ਕਾ ਟੋਚ ਮਹੀਪਾ। ਉਸਨੇ ਬੰਦੇ ਨੇ ਜਾ ਕੇ ਆਖਿਆ, ਕਹਿਣ ਲੱਗਾ ਜੀ ਮੈਨੂੰ ਕਟੋਚੀਏ ਰਾਜੇ ਨੇ ਭੇਜਿਆ। ਰਾਜਿਆਂ ਦੀਆਂ ਸਿਆਸਤਾਂ ਵੇਖੋ ਕਿਸ ਤਰ੍ਹਾਂ ਦੀਆਂ ਹੁੰਦੀਆਂ। ਕਹਿਣ ਲੱਗਾ ਜੀ ਮੈਨੂੰ ਕਟੋਚੀਏ ਰਾਜੇ ਨੇ ਭੇਜਿਆ, ਕਾਂਗੜਪੁਰ ਵਾਲੇ ਨੇ। ਕਿਉਂ ਭੇਜਿਆ ਉਹ ਦੱਸਣ ਲੱਗਾ ਹੈ। ਭੀਮ ਚੰਦ ਬਿਗਰਿਓ ਸੁਨਿਓ ਰਾਵਰ ਕੇ ਸੰਗਾ। ਇਹ ਰਾਜਾ ਕੀ ਕਰਦਾ ਪਿਆ? ਇੱਕ ਪਾਸੇ ਤੇ ਭੀਮ ਚੰਦ ਨੂੰ ਆਖਿਆ ਵੀ 10ਵੇਂ ਪਾਤਸ਼ਾਹ ਜੋਰਾਵਰ ਹੋ ਰਹੇ ਨੇ ਤੇ ਉਹਨਾਂ ਤੇ ਫੌਜ ਚਾੜ ਦੇ, ਛੇਤੀ ਨਾਲ ਤੇ ਇੱਥੋਂ ਕੱਢ। ਇੱਕ ਬੰਦਾ ਆਪਣਾ ਭੀਮ ਚੰਦ ਕੋਲ ਭੇਜਿਆ ਵੀ ਤੇਰਾ ਮਹਾਰਾਜ ਬੜਾ ਵਿਗਾੜ ਕਰਨਗੇ, ਕੱਢ ਦੇ ਇਹਨਾਂ ਨੂੰ ਆਪਣੇ ਰਾਜ ਵਿੱਚੋਂ। ਇਸੇ ਰਾਜੇ ਨੇ ਦੂਜਾ ਬੰਦਾ ਮਹਾਰਾਜ ਕੋਲ ਭੇਜਿਆ, ਕਹਿਣ ਲੱਗਾ ਮਹਾਰਾਜ ਭੀਮ ਚੰਦ ਰਾਜਾ ਤੁਹਾਡੇ ਨਾਲ ਅੱਜ ਨਹੀਂ ਤੇ ਕੱਲ੍ਹ ਉਹਨੇ ਜੰਗ ਕਰਨਾ ਜੇ, ਤੁਸੀਂ ਤਗੜੇ ਹੋ ਜਾਓ। ਦੋਵਾਂ ਪਾਸੇ ਅੱਗ ਲਾਉਣ ਦਾ ਕੰਮ ਕੀਤਾ। ਉਧਰੋਂ ਭੀਮ ਚੰਦ ਨੂੰ ਚੁੱਕਿਆ ਵੀ ਤੇਰੀ ਰਿਆਸਤ ਵਿੱਚ ਮਹਾਰਾਜ ਰਹਿੰਦੇ ਨੇ, ਕੱਲ੍ਹ ਨੂੰ ਤੇਰੇ ਰਾਜ ਤੇ ਉਹਨਾਂ ਨੇ ਕਬਜ਼ਾ ਕਰ ਲੈਣਾ, ਤਗੜਾ ਹੋ ਕੇ ਮਹਾਰਾਜ ਨੂੰ ਕੱਢ, ਮੈਂ ਤੇਰੀ ਮਦਦ ਵਾਸਤੇ ਆਉਣ ਨੂੰ ਤਿਆਰ ਹਾਂ। ਉਸੇ ਰਾਜੇ ਨੇ ਦੂਜਾ ਬੰਦਾ ਗੁਰੂ ਗੋਬਿੰਦ ਸਿੰਘ ਕੋਲ ਭੇਜਿਆ, ਕਹਿਣ ਲੱਗਾ ਮਹਾਰਾਜ ਭੀਮ ਚੰਦ ਰਾਜਾ ਅੱਜ ਨਹੀਂ ਤੇ ਕੱਲ੍ਹ ਤੁਹਾਡੇ ਤੇ ਫੌਜ ਚਾੜ ਸਕਦਾ, ਤੁਸੀਂ ਵੀ ਸਾਵਧਾਨ ਹੋ ਜਾਓ। ਕਾਰਨ ਇਹ ਹੈ ਵੀ ਇਹ ਦੋਵੇਂ ਜਣੇ ਆਪਸ ਵਿੱਚ ਲੜਨਗੇ ਤੇ ਮੈਂ ਮੇਲਾ ਵੇਖਾਂਗਾ, ਦੋਵੇਂ ਕਮਜ਼ੋਰ ਹੋ ਜਾਣਗੇ, ਮੇਰੀ ਤਾਕਤ ਵੱਧ ਜਾਏਗੀ। ਐਸੀ ਰਾਜਨੀਤੀ ਨੂੰ ਅਪਣਾਉਂਦਿਆਂ ਹੋਇਆਂ ਇਸ ਕਾਂਗੜੀਏ ਰਾਜੇ ਨੇ ਕਹਿਣ ਲੱਗੇ ਵੀ ਆਪਣਾ ਇੱਕ ਵਕੀਲ ਮਹਾਰਾਜ ਕੋਲ ਭੇਜਿਆ ਹੈ। ਤਰਾਸ ਤਨਕ ਮਨ ਨਹਿ ਕਰੋ ਸਨਮੁਖ ਲਿਓ ਜੰਗਾ। ਕੀ ਕਹਿੰਦਾ ਪਿਆ? ਮਹਾਰਾਜ ਤੁਸੀਂ ਡਰਿਓ ਨਾ। ਡਰਦੇ ਤੇ ਮਹਾਰਾਜ ਵੈਸੇ ਹੀ ਨਹੀਂ, ਪਰ ਉਂਗਲ ਲਾਉਣ ਵਾਲੇ ਦਾ ਕੰਮ ਹੁੰਦਾ ਨਾ। ਇਹ ਕਾਂਗੜਪੁਰ ਦੇ ਰਾਜੇ ਦਾ ਵਕੀਲ ਮਹਾਰਾਜ ਨੂੰ ਕਹਿੰਦਾ ਮਹਾਰਾਜ ਡਰਿਓ ਨਾ, ਮੈਂ ਤੁਹਾਡੇ ਨਾਲ ਆ, ਜਦੋਂ ਲੋੜ ਪਈ ਨਾ ਮੈਨੂੰ ਆਵਾਜ਼ ਮਾਰ ਦਿਓ, ਮੈਂ ਭੱਜਾ ਆਵਾਂਗਾ ਉਸੇ ਵੇਲੇ ਫੌਜ ਲੈ ਕੇ। ਇੱਕ ਪਾਸੇ ਤੇ ਭੀਮ ਚੰਦ ਨੂੰ ਆਖਿਆ ਵੀ ਡਰੀ ਨਾ, ਮੈਂ ਤੇਰੇ ਨਾਲ ਆ। ਦੂਜੇ ਪਾਸੇ ਸੁਨੇਹਾ 10ਵੇਂ ਗੁਰੂ ਨੂੰ ਭੇਜਿਆ, ਮਹਾਰਾਜ ਡਰਿਓ ਨਾ, ਪਿੱਛੇ ਨਾ ਹਟਿਓ ਜੰਗ ਤੋਂ, ਮੈਂ ਹਰ ਵੇਲੇ ਤੁਹਾਡੀ ਮਦਦ ਵਾਸਤੇ ਤਿਆਰ ਹਾਂ। ਸਭ ਦਮੈ ਸਮਰੱਥ ਤੁਮ ਕਿਆ ਬਪਰੋ ਰਾਜਾ। ਮਹਾਰਾਜ ਮੈਂ ਸਮਰੱਥ ਹਾਂ, ਮੇਰੇ ਕੋਲ ਬੜੇ ਹਾਥੀ, ਬੜੇ ਘੋੜੇ, ਬਹੁਤਾ ਅਸਲਾ ਤੇ ਬੜੀ ਵੱਡੀ ਫੌਜ ਹੈ, ਤੇ ਪਾਤਸ਼ਾਹ ਤੁਹਾਡੇ ਕੋਲ ਵੀ ਬੜੀ ਵੱਡੀ ਫੌਜ ਹੈ। ਆਪਣਾ ਦੋਵਾਂ ਦੇ ਅੱਗੇ ਭੀਮ ਚੰਦ ਕੀ ਹੈ? ਇਹ ਤੇ ਕੁਝ ਵੀ ਨਹੀਂ, ਆਪਾਂ ਤੇ ਝੱਟ ਹੀ ਉਸ ਨੂੰ ਫਤਿਹ ਕਰ ਲੈਣਾ। ਮਹਾਰਾਜ ਡਰਿਓ ਨਾ, ਮੈਂ ਤੁਹਾਡੇ ਨਾਲ, ਵੱਡੀ ਫੌਜ ਮੇਰੀ ਤੁਹਾਡੀ ਮਦਦ ਵਾਸਤੇ ਹਰ ਵੇਲੇ ਤਿਆਰ ਹੈ। ਭੀਮ ਚੰਦ ਆਪਣਾ ਕੁਝ ਵਿਗਾੜ ਨਹੀਂ ਸਕਦਾ ਹੈ। ਧਰ ਹੰਕਾਰ ਉਦਾਰ ਕੋ ਚੈੱਕ ਕਰਿਓ ਕੁਕਾਜਾ। ਇਹ ਭੀਮ ਚੰਦ ਬੜਾ ਹੰਕਾਰੀ ਹੈ, ਕਿਉਂਕਿ ਉਹਦੀ ਹੁਣ ਥੋੜੀ ਬਹੁਤੀ ਤੇ ਮਾੜੀਆਂ ਗੱਲਾਂ ਕਰਨੀਆਂ ਹੀ ਪੈਣਗੀਆਂ ਨਾ ਮਹਾਰਾਜ ਨੂੰ ਆਪਣਾ ਆਪ ਜਨਾਉਣ ਵਾਸਤੇ, ਪਿਆਰ ਵਧਾਉਣ ਵਾਸਤੇ। ਮਹਾਰਾਜ ਇਹ ਭੀਮ ਚੰਦ ਰਾਜਾ ਬੜਾ ਹੀ ਗੰਦਾ ਆਦਮੀ ਹੈ, ਬੜਾ ਭੈੜਾ ਆਦਮੀ ਹੈ। ਇਹ ਜਦੋਂ ਕੰਮ ਕਰਦਾ ਮਾੜੇ ਕੰਮ ਕਰਦਾ ਹੈ। ਆਮ ਦੇਸ਼ ਪਾਵਨ ਕਰਿਓ ਮਹਿਮਾ ਤੁਮ ਭਾਰੀ। ਸਤਿਗੁਰੂ ਵੇਖੋ ਤੁਸੀਂ ਕਿੱਡੇ ਚੰਗੇ ਹੋ, ਤੁਸੀਂ ਤੇ ਇਸ ਦੇਸ਼ ਵਿੱਚ ਚਰਨ ਪਾ ਕੇ ਤੇ ਦੇਸ਼ ਪਵਿੱਤਰ ਕਰ ਦਿੱਤਾ। ਇਹ ਰਾਜਾ ਐਡਾ ਭੈੜਾ, ਜਿੱਥੇ ਬੈਠਦਾ ਮਾੜੇ ਕੰਮ ਹੀ ਕਰਦਾ। ਭੀਮ ਚੰਦ ਬਹੁਤ ਭੈੜਾ ਆਦਮੀ ਹੈ, ਆਪ ਜੀ ਬੜੇ ਪਵਿੱਤਰ ਹੋ, ਤੁਸੀਂ ਤੇ ਉਹਦਾ ਰਾਜ ਪਵਿੱਤਰ ਕਰਦੇ ਪਏ ਚਰਨ ਪਾ ਕੇ, ਤੇ ਉਹ ਤੁਹਾਨੂੰ ਇੱਥੋਂ ਕੱਢਣਾ ਚਾਹੁੰਦਾ। ਐਸੀਆਂ ਗੱਲਾਂ ਕਰਦਾ ਹੈ। ਜਾਣ ਸਕਿਓ ਨੈ ਮੰਦ ਮਤ ਚਾਹਿਤ ਸੰਗਰਾਰੀ। ਇਹ ਜਿਹੜਾ ਮੰਦੀ ਮਤ ਵਾਲਾ ਰਾਜਾ ਹੈ, ਇਹ ਤੁਹਾਡੀ ਮਹਿਮਾ ਨੂੰ ਜਾਣ ਨਹੀਂ ਸਕਿਆ। ਕਾਂਗੜਪੁਰ ਦੇ ਰਾਜੇ ਦਾ ਵਕੀਲ ਆਇਆ 10ਵੇਂ ਗੁਰੂ ਦੇ ਕੋਲ, ਭੀਮ ਚੰਦ ਰਾਜੇ ਦੀ ਬੁਰਿਆਈ ਕਰਦਾ ਪਿਆ, 10ਵੇਂ ਪਾਤਸ਼ਾਹ ਦੀ ਵਡਿਆਈ ਕਰਦਾ ਪਿਆ। ਮਹਾਰਾਜ ਰਾਜਾ ਬੜਾ ਨਿਕੰਮਾ, ਭੀਮ ਚੰਦ ਤੁਹਾਡੀ ਮਹਿਮਾ ਨਹੀਂ ਜਾਣਦਾ, ਤੁਸੀਂ ਉਹਦਾ ਰਾਜ ਪਵਿੱਤਰ ਕਰਦੇ ਪਏ, ਉਹ ਤੁਹਾਡੇ ਨਾਲ ਵੈਰ ਕਰਦਾ, ਕਿਉਂਕਿ ਰਾਜਾ ਹੈ ਹੀ ਬੜਾ ਕੁਕਰਮੀ। ਇੱਕ ਪਾਸੇ ਇੱਕ ਵਕੀਲ ਆਪਣਾ ਭੀਮ ਚੰਦ ਕੋਲ ਭੇਜਿਆ ਵੀ ਛੇਤੀ ਨਾਲ 10ਵੇਂ ਗੁਰੂ ਤੇ ਫੌਜ ਚਾੜ ਦੇ, ਮੁੜ ਕੇ ਤੇਰੇ ਕੋਲੋਂ ਉਹਨਾਂ ਨੇ ਭਾਰੀ ਹੋ ਜਾਣਾ। ਇਹ ਰਾਜਿਆਂ ਦੀਆਂ ਨੀਤੀਆਂ ਹੋਇਆ ਕਰਦੀਆਂ। ਕੁਝ ਲੋਕ ਐਸੇ ਨੀਤੀਵਾਨ ਹੁੰਦੇ,
ਅੱਗ ਲਾ ਕੇ ਤਮਾਸ਼ਾ ਵੇਖਣ ਵਾਲੇ। ਇਹ ਕਿਹੜੀਆਂ ਗੱਲਾਂ ਦਸਵੇਂ ਪਾਤਸ਼ਾਹ ਨੂੰ ਕਰਦਾ ਹੈ ਔਰ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਅੱਗੋਂ ਕੀ ਜਵਾਬ ਦੇਣਗੇ, ਕੀ ਉੱਤਰ ਦੇਣਗੇ, ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫ, ਲੇਖਾ ਕਤਹਿ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ।